ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਕਥਾ ਸ਼ੁਰੂ ਕਰਾਂ, ਦੋ ਬੇਨਤੀਆਂ ਨੇ। ਪਿਛਲੇ ਮਹੀਨੇ ਕਰੋਨਾ ਕਾਰਨ ਸੰਥਿਆ ਬੰਦ ਕਰ ਦਿੱਤੀ ਗਈ ਸੀ। ਹੁਣ 15 ਤਰੀਕ ਪਰਸੋਂ ਤੋਂ ਸੰਥਿਆ ਫਿਰ ਸ਼ੁਰੂ ਹੋਣੀ ਹੈ। ਸੋ ਜਿਹੜੇ ਭਾਈ ਵੀਰ ਬੱਚੇ ਪਾਠ ਸਿੱਖਣ ਆਇਆ ਕਰਦੇ ਸੀ, ਉਹਨਾਂ ਨੂੰ ਬੇਨਤੀ ਹੈ ਕਿ 15 ਤਰੀਕ ਤੋਂ ਸ਼ਾਮੀ 6 ਵਜੇ ਆਉਣਾ ਸ਼ੁਰੂ ਕਰ ਦਿਓ। ਜਿਹੜੇ ਇਸ ਵੇਲੇ ਮੇਰੀ ਕਥਾ ਵਾਰਤਾ ਸੁਣ ਰਹੇ ਹੋ, ਇਹ ਕਿਸੇ ਬੱਚੇ ਨੂੰ ਜਾਣਦੇ ਹੋਣ ਜਿਹੜੇ ਪਹਿਲਾਂ ਆਉਂਦਾ ਸੀ, ਜਾਂ ਕਿਸੇ ਨਵੇਂ ਨੇ ਆਉਣਾ ਹੋਵੇ, ਉਹਨੂੰ ਦੱਸ ਦੇਣਾ ਕਿ ਭਾਈ ਦੁਬਾਰਾ ਸੰਥਿਆ ਸ਼ੁਰੂ ਹੋ ਗਈ ਹੈ 15 ਤਰੀਕ ਤੋਂ, ਵੀ ਸ਼ਾਮੀ 6 ਵਜੇ ਆ ਜਾਓ। ਇੱਕ ਗੱਲ। ਦੂਸਰਾ, ਜੇ ਕਿਸੇ ਨੇ ਇੱਥੇ ਸਤਸੰਗ ਭਵਨ 'ਚ ਆ ਕੇ ਕਥਾ ਸੁਣਨੀ ਹੋਵੇ ਸ਼ਾਮ ਨੂੰ, ਉਹ ਆ ਸਕਦਾ ਭਾਈ। ਉਹ 7:15 ਤੋਂ ਲੈ ਕੇ 8:15 ਵਜੇ ਤੱਕ ਇੱਥੇ ਆ ਕੇ ਕਥਾ ਵਾਰਤਾ ਸੁਣ ਸਕਦਾ ਹੈ। ਹੁਣ ਆਪਾਂ ਨੇ ਕਥਾ ਵਾਰਤਾ ਸ਼ੁਰੂ ਕਰਨੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 137 ਦੇ ਹੇਠਲਾ ਪਹਿਰਾ ਹੈ। ਇਹਦੀ 1-2 ਲਾਈਨਾਂ ਆਪਾਂ ਪੜ੍ਹ ਲਈਆਂ ਸਨ, ਪਰ ਫਿਰ ਇੱਕ ਵਾਰੀ ਸ਼ੁਰੂ ਕਰ ਲਈਏ। ਵਾਰ ਮਾਝ ਕੀ ਤਥਾ ਸ਼ਲੋਕ ਮਹਿਲਾ ਪਹਿਲਾ। ਮਲਕ ਮਰੀਦ ਤਥਾ ਚੰਦਰੜਾ ਸੋਹੀਆ ਕੀ ਧੁਨੀ ਗਾਵਣੀ। ਇਹ ਜਿਹੜਾ ਕਿਸ ਧੁਨੀ 'ਤੇ ਇਹ ਵਾਰ ਗਾਉਣੀ ਹੈ, ਉਹ ਧੁਨੀ ਦਾ ਨਾਮ ਦੱਸਿਆ, ਜਿਸ ਧੁਨੀ 'ਤੇ ਮਲਕ ਮਰੀਦ ਅਤੇ ਅਤੇ ਚੰਦਰੜਾ ਸੋਹੀਆ ਦੇ ਗੁਣ ਗਾਏ ਜਾਂਦੇ ਸਨ। ਜਿਸ ਤਰ੍ਹਾਂ 'ਤੇ ਵਾਰ ਗਾਈ ਜਾਂਦੀ ਸੀ, ਉਸੇ ਤਰ੍ਹਾਂ 'ਤੇ ਇਹ ਵਾਰ ਗਾਉਣੀ ਹੈ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਏਕ ਓੰਕਾਰ ਦਾ ਮਤਲਬ ਪਰਮਾਤਮਾ। ਪਰਮਾਤਮਾ ਸਤਿਨਾਮ, ਜਿਹਦਾ ਨਾਮ ਸਦਾ ਰਹਿਣ ਵਾਲਾ ਹੈ। ਕਿਉਂਕਿ ਪਰਮਾਤਮਾ ਆਪ ਸਤ ਹੈ, ਇਸ ਲਈ ਉਹਦੀ ਹਰ ਇੱਕ ਚੀਜ਼ ਬਣਾਈ ਵੀ ਸਤ ਹੈ। ਪਰਮਾਤਮਾ ਸਤ ਹੈ, ਇਸ ਲਈ ਉਹਦਾ ਨਾਮ ਵੀ ਸਤ ਹੈ। ਸਤ ਦਾ ਮਤਲਬ ਹੁੰਦਾ ਸਦਾ ਰਹਿਣ ਵਾਲਾ। ਬਾਕੀ ਤਾਂ ਦੇਖੋ ਬਾਣੀ ਕਹਿੰਦੀ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਕੂੜ ਤੋਂ ਭਾਵ ਹੈ ਬਿਨਸ ਜਾਣ ਵਾਲਾ, ਖਤਮ ਹੋ ਜਾਣ ਵਾਲਾ। ਪਰਮਾਤਮਾ ਜਿਹਦਾ ਨਾਮ ਹੈ ਸਤਿਨਾਮ। ਕਰਤਾ, ਕਰਤਾ ਹੁੰਦਾ ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਪੁਰਖ, ਜਿਸ ਨੇ ਜੋ ਬਣਾਇਆ ਉਹਦੇ ਵਿੱਚ ਬਿਰਾਜਮਾਨ ਹੈ। ਪਰਮਾਤਮਾ ਅਤੇ ਉਹਦੀ ਬਣਾਈ ਹੋਈ ਚੀਜ਼ ਅੱਡ-ਅੱਡ ਨਹੀਂ ਹੈ। ਪਰਮਾਤਮਾ ਨੇ ਜੋ ਵੀ ਬਣਾਇਆ ਪਰਮਾਤਮਾ ਦੇ ਵਿੱਚ ਹੈ, ਇਸ ਲਈ ਪੁਰਖ ਹੈ। ਇਹੋ ਜਿਹਾ ਪਰਮਾਤਮਾ ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਪ੍ਰਸਾਦ ਹਿੰਦੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਕਿਰਪਾ। ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸ਼ਲੋਕ ਮਹਿਲਾ ਪਹਿਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰ ਦਾਤਾ, ਗੁਰੂ ਦਾਤਾ ਹੈ। ਜਿਸ ਨੂੰ ਵੀ ਪਰਮਾਤਮਾ ਮਿਲ ਜਾਂਦਾ ਹੈ, ਉਹੀ ਦਾਤਾ ਬਣ ਜਾਂਦਾ ਹੈ। ਅੱਜ ਤੁਸੀਂ ਮੰਗਤੇ ਹਾਂ, ਅਸੀਂ ਮੰਗਤੇ ਹਾਂ, ਕੋਈ ਕੁਛ ਮੰਗ ਰਿਹਾ, ਕੋਈ ਕੁਛ ਮੰਗ ਰਿਹਾ। ਜਿੱਦੇ ਸਾਨੂੰ ਪਰਮਾਤਮਾ ਮਿਲ ਗਿਆ, ਅਸੀਂ ਆਪ ਹੀ ਦਾਤੇ ਹੋ ਜਾਣਾ। ਫਿਰ ਲੋਕਾਂ ਨੇ ਸਾਡੇ ਕੋਲ ਮੰਗਣ ਆਇਆ ਕਰਨਾ, ਸਾਨੂੰ ਕਿਸੇ ਕੋਲ ਮੰਗਣ ਜਾਣ ਦੀ ਲੋੜ ਨਹੀਂ ਪੈਣੀ। ਇਸ ਲਈ ਗੁਰੂ ਦਾਤਾ ਹੈ। ਗੁਰ ਹਿਵੈ ਘਰ, ਹਿਵੈ ਬਰਫ ਨੂੰ ਕਹਿੰਦੇ ਨੇ, ਭਾਵ ਸ਼ਾਂਤੀ। ਗੁਰ ਹਿਵੈ ਘਰ, ਗੁਰੂ ਸ਼ਾਂਤੀ ਦਾ ਘਰ ਹੈ। ਭਾਵ ਗੁਰੂ ਦੇ ਕੋਲ ਆ ਕੇ ਸ਼ਾਂਤੀ ਮਿਲਦੀ। ਗੁਰ ਦੀਪਕ ਤਿਹ ਲੋਏ, ਤਿਹ ਮੈਨੂੰ ਤਿੰਨ, ਲੋਏ ਮੈਨੇ ਸੰਸਾਰ। ਜਿਹੜਾ ਗੁਰੂ ਹੈ, ਤਿੰਨਾਂ ਲੋਕਾਂ ਵਿੱਚ ਚਾਨਣ ਕਰਨ ਵਾਲਾ ਦੀਵਾ ਹੈ। ਗੁਰੂ ਐਸਾ ਦੀਵਾ ਹੈ, ਤਿਹ ਲੋਏ, ਜਿਹੜਾ ਤਿੰਨਾਂ ਲੋਕਾਂ 'ਚ, ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ, ਤਿੰਨਾਂ ਲੋਕਾਂ 'ਚ ਜਿਹੜਾ ਚਾਨਣ ਕਰਦਾ ਹੈ। ਕਾਹਦਾ ਚਾਨਣ? ਇੱਕ ਤਾਂ ਸੂਰਜ ਚੰਨ ਤਾਰਿਆਂ ਦਾ ਹੁੰਦਾ ਹੈ,
ਨਹੀਂ, ਇਹ ਗਿਆਨ ਦਾ ਚਾਨਣ ਹੈ। ਗੁਰੂ ਮਹਾਰਾਜ ਗਿਆਨ ਦਿੰਦੇ ਨੇ, ਇਹ ਗਿਆਨ ਦਾ ਚਾਨਣ ਹੈ। ਅਮਰ ਪਦਾਰਥ ਨਾਨਕ ਮਨ ਮਾਨਿਆ ਸੁਖ ਹੋਏ। ਅਮਰ ਪਦਾਰਥ ਕਹਿੰਦੇ ਨਾਮ ਨੂੰ। ਜਿਹੜਾ ਗੁਰੂ ਮਹਾਰਾਜ ਸਾਨੂੰ ਨਾਮ ਦਿੰਦੇ ਨੇ ਉਹਨੂੰ ਕਹਿੰਦੇ ਅਮਰ ਪਦਾਰਥ। ਮਨ ਮਾਨੇ, ਜਦੋਂ ਇਸ ਨਾਮ ਨਾਲ ਕਿਹਦਾ ਮਨ ਮੰਨ ਜੇ। ਮੈਂ ਦੇਖਿਆ ਕਈ ਕੰਮਾਂ ਨੂੰ ਆਪਣਾ ਮਨ ਹੀ ਨਹੀਂ ਮੰਨਦਾ। ਕਈ ਕੰਮ ਆਪਾਂ ਕਰਦੇ ਤਾਂ ਹਾਂ, ਮਜਬੂਰੀ 'ਚ ਕਰਦੇ ਹਾਂ, ਮਨ ਨਹੀਂ ਮੰਨਦਾ। ਪਰ ਜੇ ਨਾਮ ਨੂੰ ਮਨ ਮੰਨ ਜੇ, ਕਿਉਂਕਿ ਮਨ ਮਾਨੇ ਸੁਖ ਹੋਏ। ਮਨ ਮੰਨੇਗਾ ਤੇ ਤਾਂ ਹੀ ਸੁਖ ਮਿਲੇਗਾ। ਜੇ ਪਰਮਾਤਮਾ ਦੇ ਨਾਮ ਨੂੰ ਮਨ ਮੰਨ ਜਾਵੇ ਤਾਂ ਫਿਰ ਮਨ ਨਾਮ ਜਪੇਗਾ, ਤੇ ਜਦੋਂ ਨਾਮ ਜਪੇਗਾ ਫਿਰ ਸੁਖ ਦੀ ਪ੍ਰਾਪਤੀ ਹੋਵੇਗੀ। ਅੱਗੇ ਮਹਿਲਾ ਪਹਿਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਫਰਮਾਨ ਕਰਦੇ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਵਾਵਣ ਤਲਾਵਾਂ ਬਿੰਦੇ। ਜਿਵੇਂ ਪੰਜਵੇਂ ਵਾਵਣ ਤਲਾਵਾਂ ਬਿੰਦੇ, ਛੇਵੇਂ ਕਾਮ ਨਾ ਪੁੱਛੈ ਜਾਤ। ਇਹਨੂੰ ਜਾਤ ਨਹੀਂ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ, ਅਤੇ ਫਾਰਸੀ ਜਿਹਦਾ ਉਚਾਰਨ ਹੈ ਜ਼ਾਤ। ਜ਼ਾਤ ਪਾਤ ਨਾ, ਜ਼ਾਤ। ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਬੇ ਸਭ, ਦਸਵੇਂ ਦੱਦਾ ਹੋਆ ਸਵਾ, ਗਏ ਸੰਗੀਤ। ਇਹਨੂੰ ਸੰਗੀਤ ਨਹੀਂ ਕਿਤੇ ਪੜ੍ਹ ਦੇਣਾ, ਸੰਗੀਤ ਹੁੰਦਾ ਸੰਗੀ ਸਾਥੀ। ਗਏ ਸੰਗੀਤ ਪੁਕਾਰੀ ਤਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਰ ਸੱਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਗੁਰੂ ਨਾਨਕ ਦੇਵ ਫਰਮਾਨ ਕਰਦੇ ਨੇ ਕਿ ਸਾਡੇ ਜੀਵਨ ਦੀਆਂ 10 ਅਵਸਥਾਵਾਂ ਹੁੰਦੀਆਂ ਹਨ। ਪੁਰਾਤਨ ਜ਼ਮਾਨੇ ਤੋਂ ਹੀ ਮਨੁੱਖ ਨੂੰ ਦੀ ਉਮਰ 100 ਸਾਲ ਗਿਣੀ ਗਈ ਹੈ, ਅਤੇ ਤਕਰੀਬਨ ਇਹਨੂੰ ਕੋਈ ਵੱਧ ਘੱਟ ਗਿਆ 100 ਤੋਂ ਵੱਧ ਤਾਂ ਘੱਟ ਹੀ ਟੱਪਦੇ ਨੇ ਲੋਕ। 100 ਦੇ ਵਿੱਚ ਵੀ ਜੀ ਬਹੁਤੇ ਲੋਕ ਚਲਾਣਾ ਕਰ ਜਾਂਦੇ ਹਨ। 100 ਸਾਲ ਉਮਰ ਮੰਨ ਕੇ ਉਹਨੂੰ 10-10 ਸਾਲਾਂ 'ਚ ਵੰਡਿਆ ਹੋਇਆ ਹੈ। ਪਹਿਲੀ ਜਿਹੜੀ ਅਵਸਥਾ ਬੱਚੇ ਦੀ, ਪਹਿਲੇ ਪਿਆਰ ਲੱਗਾ ਥਣ ਦੁੱਧ। ਪਹਿਲਾਂ ਬੱਚੇ ਦਾ ਸਭ ਤੋਂ ਪਿਆਰ ਜਿਹੜਾ ਹੈ ਮਾਤਾ ਦੇ ਥਣਾਂ 'ਚ ਜਿਹੜਾ ਦੁੱਧ ਹੁੰਦਾ ਨਾ, ਦੁੱਧ ਨਾਲ ਪਿਆਰ ਹੁੰਦਾ। ਦੂਜੇ ਮਾਏ ਬਾਪ ਕੀ ਸੁਧ, ਸੁਧ ਬਣੇ ਸੋਝੀ। ਦੂਜੀ ਅਵਸਥਾ 'ਚ ਜਾ ਕੇ ਉਹਨੂੰ ਮਾਂ ਬਾਪ ਦੀ ਸੋਝੀ ਹੁੰਦੀ ਹੈ, ਇਹ ਮੇਰੀ ਮਾਂ ਹੈ, ਇਹ ਮੇਰਾ ਪਿਤਾ ਹੈ। ਤੀਜੇ ਭਈਆ ਭਾਬੀ ਬੇਬ। ਭਈਆ ਭਰਾ ਨੂੰ ਕਹਿੰਦੇ ਨੇ, ਹਿੰਦੀ ਕਹਿੰਦੇ ਭਈਆ ਜਿਹੜੇ ਨੇ, ਉਹਨਾਂ ਦਾ ਉਚਾਰਨ ਹੈ ਭਈਆ। ਜਿਵੇਂ ਆਪਾਂ ਕਹਿੰਦੇ ਭਰਾ, ਹਿੰਦੀ ਕਹਿੰਦੇ ਭਰਾ। ਤੀਜੇ ਭਈਆ ਭਾਬੀ ਬੇਬ। ਭਈਆ ਮੈਨੇ ਭਰਾ, ਭਾਬੀ ਭਰਾ ਦੀ ਘਰ ਵਾਲੀ, ਬੇਬ ਭੈਣ ਨੂੰ ਕਹਿੰਦੇ ਨੇ, ਤਾਂ ਹੀ ਬੇਬੇ ਨਾਨਕੀ ਕਹਿੰਦੇ ਸੀ। ਤੀਜੀ ਅਵਸਥਾ 'ਚ ਜਾ ਕੇ ਬੰਦੇ ਨੂੰ ਭਰਾ ਦੀ, ਭਾਬੀ ਦੀ, ਭੈਣ ਦੀ ਪਹਿਚਾਣ ਹੁੰਦੀ ਵੀ ਮੇਰਾ ਭਰਾ ਹੈ, ਇਹ ਮੇਰੀ ਭਰਜਾਈ ਹੈ, ਇਹ ਮੇਰੀ ਭੈਣ ਹੈ। ਚੌਥੇ ਪਿਆਰ ਉਪੰਨੀ ਖੇਡ। ਅਤੇ ਚੌਥੀ ਅਵਸਥਾ ਜਾ ਕੇ ਇਹਦਾ ਪਿਆਰ ਖੇਡਣ ਨਾਲ ਹੋ ਜਾਂਦਾ ਹੈ। ਉਪੰਨੀ ਮੈਨੂੰ ਪੈਦਾ ਹੋਣਾ। ਚੌਥੀ ਅਵਸਥਾ ਜਾ ਕੇ ਮਨੁੱਖ ਦਾ ਖੇਡਾਂ ਨਾਲ ਪਿਆਰ ਹੁੰਦਾ, ਖੇਡਣਾ ਪਸੰਦ ਕਰਦਾ ਹੈ। ਪੰਜਵੇਂ ਖਾਣ ਪੀਣ ਕੀ ਧਾਤ। ਧਾਤ ਹੁੰਦੀ ਰੁਚੀ।
ਪੰਜਵੀਂ ਅਵਸਥਾ ਜਾ ਕੇ ਖਾਣ ਪੀਣ 'ਚ ਰੁਚੀ ਹੁੰਦੀ, ਵੀ ਆਹ ਵੀ ਖਾਵਾਂ, ਆਹ ਵੀ ਪੀਵਾਂ, ਆਹ ਵੀ ਕਰਾਂ। ਛੇਵੇਂ ਕਾਮ ਨਾ ਪੁੱਛੇ ਜਾਤ। ਛੇਵੀਂ ਅਵਸਥਾ ਜਾ ਕੇ ਕਾਮ ਦਾ ਅੰਦਰ ਇਤਨਾ ਜ਼ੋਰ ਹੁੰਦਾ ਕਿ ਜ਼ਾਤ ਪਾਤ ਦਾ ਖਿਆਲ ਵੀ ਨਹੀਂ ਕਰਦਾ। ਮਾਂ ਪਿਓ ਕਈ ਵਾਰੀ ਕਹਿੰਦੇ ਨੇ ਵੀ ਜਿੱਥੇ ਬੇਟਾ ਜਾਂ ਬੇਟੀ ਤੂੰ ਜਿੱਥੇ ਸ਼ਾਦੀ ਕਰਾਉਣ ਲੱਗਾ ਹੈ ਜਾਂ ਕਰਾਉਣ ਲੱਗੀ ਹੈ, ਇਹ ਠੀਕ ਨਹੀਂ ਹੈਗੇ, ਇਹ ਸਾਡੀ ਜ਼ਾਤ ਦੇ ਨਹੀਂ, ਇਹ ਸਾਡੇ ਧਰਮ ਦੇ ਨਹੀਂ, ਜਾਂ ਆਰਥਿਕ ਤੌਰ 'ਤੇ ਸਾਡਾ ਇਹਨਾਂ ਨਾਲ ਕੋਈ ਮੇਲ ਨਹੀਂ। ਪਰ ਉਹ ਕਾਮ ਦੇ ਅਧੀਨ ਆਏ ਹੋਏ ਲੜਕੇ ਲੜਕੀਆਂ ਆਪਣੀ ਮਰਜ਼ੀ ਕਰਦੇ ਹਨ, ਅਤੇ ਜਦੋਂ ਕਾਮ ਦਾ ਜ਼ੋਰ ਪੈਂਦਾ ਫਿਰ ਕਹਿੰਦੇ ਕਾਮ ਜ਼ਾਤ ਨਹੀਂ ਪੁੱਛਿਆ ਕਰਦਾ। ਇਸ ਲਈ ਕਹਿੰਦੇ ਛੇਵੀਂ ਅਵਸਥਾ ਜਾ ਕੇ ਕਾਮ ਦੇ ਅਧੀਨ ਆ ਕੇ ਬੰਦਾ ਜ਼ਾਤ ਪਾਤ ਦੀ ਪਰਵਾਹ ਨਹੀਂ ਕਰਦਾ। ਸਤਵੇਂ ਸੰਜ ਕੀਆ ਘਰ ਵਾਸ। ਸਤਵੀਂ ਸੰਜ ਹੁੰਦਾ ਇਕੱਠਾ ਕਰਨਾ। ਸਤਵੀਂ ਅਵਸਥਾ ਜਾ ਕੇ ਮਨੁੱਖ ਮਾਇਆ ਇਕੱਠੀ ਕਰਦਾ ਹੈ ਅਤੇ ਘਰ ਵਸਾਉਂਦਾ ਹੈ, ਵਿਆਹ ਕਰਾਉਂਦਾ ਹੈ, ਘਰ ਵਸਾਉਂਦਾ। ਅੱਠਵੇਂ ਕ੍ਰੋਧ ਹੋਆ ਤਨ ਨਾਲ। ਅੱਠਵੀਂ ਅਵਸਥਾ 'ਚ ਫਿਰ ਕ੍ਰੋਧ ਜ਼ਿਆਦਾ ਚੜ੍ਹਦਾ ਹੈ। ਕਿਉਂ? ਕਈ ਵਾਰੀ ਬੱਚੇ ਗੱਲ ਨਹੀਂ ਮੰਨਦੇ, ਕੋਈ ਪਤਨੀ ਨਹੀਂ ਗੱਲ ਮੰਨਦੇ, ਕਦੇ ਪਤੀ ਨਹੀਂ ਗੱਲ ਮੰਨਦਾ। ਇਸ ਤਰ੍ਹਾਂ ਬੰਦੇ ਨੂੰ ਕ੍ਰੋਧ ਚੜ੍ਹਦਾ, ਗੁੱਸਾ ਆਉਂਦਾ ਹੈ। ਕ੍ਰੋਧ ਜਿਹੜਾ ਹੈ ਇਹ ਸਰੀਰ ਦਾ ਭਾਰੀ ਨੁਕਸਾਨ ਕਰਦਾ ਹੈ। ਕਾਮ ਕ੍ਰੋਧ ਕਾਇਆ ਕੋ ਗਲ, ਜੋ ਕੰਚਨ ਸੁਹਾਗਾ ਢਲ। ਜਿਵੇਂ ਸੋਨੇ ਨੂੰ ਜਿਹੜਾ ਸੁਹਾਗਾ ਇੱਕ ਪਾਊਡਰ ਜਿਹਾ ਹੁੰਦਾ ਹੈ, ਉਹ ਪਾ ਦਈਏ ਸੋਨਾ ਗਲ ਜਾਂਦਾ, ਪਿਘਲ ਜਾਂਦਾ ਹੈ। ਇਸੇ ਤਰ੍ਹਾਂ ਕਾਮ ਅਤੇ ਕ੍ਰੋਧ ਇਹ ਦੋਨੋਂ ਸਰੀਰ ਦਾ ਨਾਸ਼ ਕਰਦੇ, ਨੁਕਸਾਨ ਕਰਦੇ। ਅੱਠਵੀਂ ਅਵਸਥਾ ਜਾ ਕੇ ਕਹਿੰਦੇ ਕ੍ਰੋਧ ਵੱਧ ਜਾਂਦਾ ਮਨੁੱਖ ਦੇ ਅੰਦਰ, ਅਤੇ ਇਸ ਕਰਕੇ ਉਹਦਾ ਸਰੀਰ ਦਾ ਨੁਕਸਾਨ ਹੁੰਦਾ ਹੈ। ਇਸ ਲਈ ਜਿਸ ਬੰਦੇ ਨੂੰ ਜ਼ਿਆਦਾ ਕ੍ਰੋਧ ਆਵੇ ਉਹਦਾ ਇੱਕੋ ਹੀ ਹੱਲ ਹੈ ਕਿ ਤੁਸੀਂ ਕਈ ਵਾਰੀ ਜਿਹੜੇ ਬਾਕਸਰ ਹੁੰਦੇ ਨੇ, ਇਹਨਾਂ ਨੇ ਘਰਾਂ 'ਚ ਨਾ ਛੱਤ ਦੇ ਨਾਲ ਬੋਰੀ ਜਿਹੀ ਇੱਕ ਬੰਨੀ ਹੁੰਦੀ ਹੈ, ਉਹਨੂੰ ਸਵੇਰੇ ਉੱਠ ਕੇ ਉਹਨੂੰ ਘਸੁੰਨ ਮਾਰਦੇ ਨੇ। ਆਪਣੇ ਵੱਲ ਤਾਂ ਅਭਿਆਸ ਕਰਦੇ ਨੇ ਵੀ ਕਿਵੇਂ ਜਿਹੜਾ ਹੈ ਬਾਕਸਿੰਗ ਕਰਨੀ ਹੈ। ਜਦੋਂ ਘਸੁੰਨ ਮਾਰਦੇ ਨੇ ਉਹਦਾ ਦੂਹਰਾ ਫਾਇਦਾ ਹੈ, ਉਹਨਾਂ ਦਾ ਸਾਰਾ ਗੁੱਸਾ ਖਤਮ ਹੋ ਜਾਂਦਾ ਹੈ। ਬਾਕਸਰ ਆਮ ਤੌਰ 'ਤੇ ਕਿਸੇ ਨਾਲ ਛੇਤੀ ਗੁੱਸੇ 'ਚ ਨਹੀਂ ਆਉਂਦੇ। ਕਿਉਂ? ਉਹਨਾਂ ਦਾ ਗੁੱਸਾ ਉਹਦੇ 'ਤੇ ਖਤਮ ਹੋ ਜਾਂਦਾ, ਨਿਕਲ ਜਾਂਦਾ ਗੁੱਸਾ। ਜਿਵੇਂ ਆਪਾਂ ਨੂੰ ਕਿਸੇ ਨੇ ਕੁਝ ਕਿਹਾ, ਆਪਾਂ ਅੱਗੇ ਥੱਪੜ ਮਾਰਦਾ, ਸਾਡਾ ਗੁੱਸਾ ਖਤਮ ਹੋ ਗਿਆ, ਕਿਉਂਕਿ ਅਸੀਂ ਆਪਣਾ ਗੁੱਸਾ ਕੱਢ ਲਿਆ ਕਿਸੇ 'ਤੇ। ਗੁੱਸਾ ਹੈ, ਕਿਸੇ ਦਾ ਗੁੱਸਾ ਕੱਢ ਨਹੀਂ ਸਕਦੇ ਤਾਂ ਉਹ ਗੁੱਸਾ ਨੁਕਸਾਨ ਕਰਦਾ ਬੰਦੇ ਦਾ। ਇਸ ਲਈ ਗੁੱਸੇ ਨੂੰ ਖਤਮ ਕਰਨ ਦੇ 3-4 ਢੰਗ ਨੇ, ਪਰ ਇਹਨਾਂ 'ਚੋਂ ਬੰਦਾ ਕੋਈ ਵੀ ਅਪਣਾਉਣ ਨੂੰ ਤਿਆਰ ਨਹੀਂ ਹੁੰਦਾ। ਜਾਂ ਤਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਬੋਰੀ ਲਟਕਾ ਲਓ, ਉਹ 'ਚ ਪਾਇਆ ਹੁੰਦਾ ਸਮਾਨ ਜਿਹਾ, ਸਵੇਰੇ ਉੱਠ ਕੇ 5-7 ਸੱਜੇ ਹੱਥ ਨਾਲ ਘੁਸੁੰਨ ਮਾਰੋ, 5-7 ਖੱਬੇ ਹੱਥ ਨਾਲ ਮਾਰੋ। ਇਸ ਤਰ੍ਹਾਂ ਹੀ ਦੁਪਹਿਰੇ, ਇਸ ਤਰ੍ਹਾਂ ਹੀ ਸ਼ਾਮ ਨੂੰ, ਤੁਹਾਡਾ ਗੁੱਸਾ ਕੁਝ ਦਿਨਾਂ ਬਾਅਦ ਖਤਮ ਹੋ ਜਾਵੇਗਾ। ਦੂਸਰਾ ਢੰਗ ਹੈ ਕਿ ਹਰ ਇੱਕ ਬੁਰਕੀ ਨੂੰ 32 ਵਾਰ ਚਬਾ ਕੇ ਖਾਓ। ਜਦੋਂ ਵੀ ਰੋਟੀ ਖਾਓ, 1 ਵਾਰੀ ਖਾਓ, 2 ਵਾਰੀ ਖਾਓ, 3 ਵਾਰੀ ਖਾਓ, ਹਰ ਬੁਰਕੀ ਨੂੰ 32 ਵਾਰ ਚਬਾ ਕੇ ਖਾਓ। ਮਹੀਨੇ 2 ਮਹੀਨੇ ਬਾਅਦ ਤੁਹਾਡਾ ਗੁੱਸਾ ਖਤਮ ਹੋ ਜਾਏਗਾ। ਤੀਸਰਾ ਹੈ ਇੱਕ ਸੇਬ ਲਓ, ਇੱਕ ਲੋਹੇ ਦਾ ਛਿੱਕੂ ਲਓ, ਸੇਬ ਉਸ ਛਿੱਕੂ 'ਚ ਪਾ ਕੇ ਉਹਨੂੰ ਵਿਹੜੇ ਦੇ ਕਿਸੇ ਤਾਰ ਨਾਲ ਲਟਕਾ ਦਿਓ। ਸਾਰੀ ਰਾਤ ਉਹਦੇ ਉੱਤੇ ਤਰੇਲ ਪਵੇਗੀ। ਸਵੇਰੇ ਉਹਨੂੰ ਫਿਰ ਜਿਹੜਾ ਹੈ ਧੋਣਾ ਨਹੀਂ ਹੈ, ਉਹਨੂੰ ਕੱਦੂਕਸ਼ ਕਰਕੇ ਖਾਣਾ ਹੈ। ਜਿਵੇਂ ਆਪਾਂ ਮੂਲੀ ਗੰਢਾ ਕਰਦੇ, ਪਾਕਿਸਤਾਨ ਮੂਲੀ ਗੰਢਾ ਕਹਿੰਦੇ, ਇੱਧਰ ਕੱਦੂਕਸ਼ ਕਰਦੇ, ਉਸ ਤਰ੍ਹਾਂ ਉਹਦਾ ਮੂਲੀ ਗੰਢਾ ਕਰ ਲੈ, ਕੱਦੂਕਸ਼ ਕਰਕੇ ਉਹਨੂੰ ਚਮਚੇ ਨਾਲ ਖਾਣਾ ਹੈ। ਇਸ ਤਰ੍ਹਾਂ 40 ਦਿਨ ਖਾਓ, ਰੋਜ਼ ਇੱਕ ਸੇਬ, ਤਾਂ ਵੀ ਗੁੱਸਾ ਖਤਮ ਹੋ ਜਾਵੇਗਾ। ਅਤੇ ਜੇ ਤੁਰੰਤ ਕੁਛ ਕਰਨਾ ਹੈ, ਗੁੱਸਾ ਆ ਗਿਆ ਅਤੇ ਅਸੀਂ ਕੱਢ ਵੀ ਨਹੀਂ ਸਕਦੇ, ਤਾਂ ਫਿਰ ਜਿਹੜਾ ਹੈ ਆਪਣੇ ਹੱਥ ਨੀਵੇਂ ਕਰ ਲੈਣ, ਕਿਸੇ ਨੂੰ ਦਿਸਣ ਨਾ। ਇਸ ਤਰ੍ਹਾਂ ਦੋਨੋਂ ਹੱਥ ਕਰਨੇ ਨੇ। ਫਿਰ ਇਹ ਐਂ ਬੰਦ ਕਰ ਲੈਣੂਗਾ, ਅੰਦਰੋਂ ਅੰਗੂਠਾ ਬਾਹਰ ਰੱਖਣਾ ਹੈ। ਅਤੇ ਜਿਵੇਂ ਆਪਾਂ ਗੁੱਸੇ 'ਚ ਕਰ, ਮੈਂ ਤੈਨੂੰ ਛੱਡਣਾ ਨਹੀਂ, ਮਾਰ ਦੇਂਗਾ ਮੈਂ ਤੈਨੂੰ, ਇਸ ਤਰ੍ਹਾਂ ਜ਼ੋਰ ਨਾਲ ਘੁੱਟਣਾ।
ਫਿਰ ਛੱਡ ਦੇਣਾ, ਫਿਰ ਇਸੇ ਤਰ੍ਹਾਂ ਜ਼ੋਰ ਨਾਲ ਕੁੱਟਣਾ। ਇਹ 5 ਵਾਰੀ ਇਸ ਤਰ੍ਹਾਂ ਕਰੋ, ਸਵੇਰੇ, ਸ਼ਾਮ ਨੂੰ ਅਤੇ ਰਾਤ ਨੂੰ। ਇਹ ਕੁਝ ਦਿਨਾਂ ਬਾਅਦ ਤੁਹਾਡਾ ਗੁੱਸਾ ਖਤਮ ਹੋ ਜਾਏਗਾ। ਪਰ ਮੈਂ ਕਈਆਂ ਨੂੰ ਦੱਸਿਆ ਇਹ ਕੋਈ ਵੀ ਕਰਨ ਨੂੰ ਤਿਆਰ ਨਹੀਂ, ਅਤੇ ਉਹ ਗੁੱਸੈਲ ਹੀ ਰਹਿੰਦੇ ਸਾਰੀ ਉਮਰ। ਫਿਰ ਰਹੋ ਭਾਈ, ਫਿਰ ਹੋਰ ਤਾਂ ਕੁਛ ਹੋ ਨਹੀਂ ਸਕਦਾ। ਮੰਨ ਲਓ ਡਾਕਟਰ ਮੈਨੂੰ ਕਹਿੰਦੇ ਆਹ ਦਵਾਈ ਲਓ, ਅਤੇ ਮੈਂ ਲੈਂਦਾ ਨਹੀਂ, ਅਤੇ ਫਿਰ ਵਾਲਾ ਕਹਿੰਦਾ ਫਿਰੀ ਜਾ ਫਿਰ। ਸੋ ਇਸ ਲਈ 8ਵੀਂ ਅਵਸਥਾ ਜਦੋਂ ਮਨੁੱਖ 'ਤੇ ਆਉਂਦੀ ਹੈ, ਇਹਨੂੰ ਫਿਰ ਕ੍ਰੋਧ ਚੜ੍ਹਦਾ ਹੈ। ਇਸ ਤਰ੍ਹਾਂ ਇਹਦੇ ਸਰੀਰ ਦਾ ਨੁਕਸਾਨ ਹੁੰਦਾ ਹੈ। ਨਾਵੇਂ ਧੌਲੇ ਉੱਭੇ ਸਾ, 9ਵੀਂ ਅਵਸਥਾ ਜਾ ਕੇ ਚਿੱਟੇ ਵਾਲ, ਧੌਲੇ ਮੇਰੇ ਚਿੱਟੇ, ਇਹਦੇ ਵਾਲ ਚਿੱਟੇ ਹੋ ਜਾਂਦੇ ਨੇ। ਉੱਭੇ ਸਾ, ਉੱਭੇ ਦਾ ਔਖੇ, ਫਿਰ ਔਖੇ ਸਾਲ ਦੇ ਪਾਸ ਸਾਹ ਮਸਾਂ ਆਉਂਦਾ ਹੈ, ਚੌੜੇ ਤੁਰਦਾ ਸਾਹ ਚੜ੍ਹਦਾ ਹੈ, ਪੌੜੀਆਂ ਚੜ੍ਹਦਾ ਤਾਂ ਸਾਹ ਚੜ੍ਹਦਾ ਹੈ, ਕਿਉਂਕਿ ਸਾਹ ਜਿਹੜਾ ਬੁਢਾਪੇ ਦੇ ਵਿੱਚ ਫਿਰ ਸਾਹ ਬੰਦੇ ਨੂੰ ਛੇਤੀ ਚੜ੍ਹਦਾ ਹੈ। ਜੇ ਕਿਸੇ ਨੂੰ ਇਸ ਤਰ੍ਹਾਂ ਪੌੜੀਆਂ ਚੜ੍ਹਦੇ ਉਤਰਦੇ ਸਾਹ ਚੜ੍ਹੇ, ਤਾਂ ਇਹਦਾ ਮਤਲਬ ਹੈ ਉਹਦੀਆਂ ਜਿਹੜੀਆਂ ਹਾਰਟ ਦੀਆਂ ਨਾੜੀਆਂ ਨੇ ਉਹ ਠੀਕ ਨਹੀਂ ਹੈਗੀਆਂ, ਉਹ ਪੂਰੀ ਤਰ੍ਹਾਂ ਖੁੱਲ੍ਹੀਆਂ ਹੋਈਆਂ ਨਹੀਂ ਹੈਗੀਆਂ। ਉਹ EC ਜਦੋਂ ਕਰਾਵੇਗਾ ਉਹ 'ਚ ਨੁਕਸ ਆ ਜਾਏਗਾ। ਪਰ ਆਯੁਰਵੈਦਿਕ ਦੇ ਵਿੱਚ ਬਹੁਤ ਵਧੀਆ ਦਵਾਈ ਹੈ ਪੀਣ ਵਾਲੀ, 400 ਦੀ ਉਹ ਸ਼ੀਸ਼ੀ ਆਉਂਦੀ ਹੈ, ਕਾਰਡੋਰੀਅਮ ਪਲੱਸ। ਉਹ ਜੇ ਤੁਸੀਂ 2 ਸ਼ੀਸ਼ੀਆਂ ਪੀ ਲਓ, ਤੁਹਾਨੂੰ ਸਾਹ ਚੜ੍ਹਦੋਂ ਹਟ ਜਾਏਗਾ, ਆਰਾਮ ਨਾਲ ਤੁਸੀਂ ਪੌੜੀਆਂ ਚੜ੍ਹ ਸਕੋਗੇ, ਉਤਰ ਸਕੋਗੇ। ਉਹ ਨਾੜੀਆਂ ਨੂੰ ਸਾਫ਼ ਕਰਨ 'ਚ ਬੜੀ ਸਹਾਇਤਾ ਕਰਦੇ। ਮੈਨੂੰ ਵੀ ਐਂ ਸਾਹ ਚੜ੍ਹਨ ਲੱਗ ਗਿਆ ਸੀ ਪੌੜੀ ਉੱਤੇ ਚੜ੍ਹਦੇ। ਫਿਰ ਵੈਦ ਕੋਲ ਚਲੇ ਗਏ, ਉਹ ਅੱਗੋਂ ਮੈਨੂੰ ਜਾਣਦਾ ਸੀ। ਉਹ ਜੀ ਕਹਿੰਦੇ ਬਾਬਾ ਜੀ, ਉਹਨਾਂ ਫਿਰ ਕਿਹਾ ਵੀ ਆਹ ਲਓ ਦਵਾਈ, ਇਹ ਜਿਹੜਾ ਇੱਕ ਢੱਕਣ ਸਵੇਰੇ, ਇੱਕ ਢੱਕਣ ਸ਼ਾਮ ਨੂੰ ਇਸਦਾ ਪੀਣਾ, ਤੁਸੀਂ 2 ਸ਼ੀਸ਼ੀਆਂ ਪੀ ਲਓ, ਸਭ ਕੁਝ ਠੀਕ ਹੋ ਜਾਏਗਾ। ਅਤੇ ਫਿਰ ਬਹੁਤ ਫਰਕ ਪੈ ਗਿਆ ਉਹਦੇ ਨਾਲ। ਸੋ ਫਿਰ ਔਖੇ ਸਾਹ ਲੈਂਦਾ ਬੰਦਾ, ਬੁਢਾਪਾ ਜੋ ਹੋ ਗਿਆ। 10ਵੇਂ ਦੱਦਾ ਹੋਆ ਸੁਆ, 10ਵੀਂ ਵਾਰ ਦੱਦਾ ਦਾ ਸੜ ਗਿਆ, ਫਿਰ ਮਰ ਜਾਂਦਾ। ਆਲੇ ਸਾੜ ਦਿੰਦੇ ਨੇ ਅਤੇ ਫਿਰ ਸੁਆਹ ਹੋ ਜਾਂਦਾ ਸਰੀਰ। ਅਤੇ ਜਦੋਂ ਫਿਰ ਉਹ ਮਰ ਜਾਂਦਾ, ਫਿਰ ਗਏ ਸਗੀਤ ਪੁਕਾਰੀ ਤਾਂ, ਜਿਹੜੇ ਸੰਗੀ ਸਾਥੀ ਸਨ ਉਹ ਨਾਲ ਮੜੀਆਂ ਤੱਕ ਜਾਂਦੇ ਨੇ। ਅਤੇ ਜਦੋਂ ਅੱਗ ਲੱਗਦੀ ਹੈ ਫਿਰ ਧਾਹ ਮਾਰ ਦੇਣਗੇ, ਬਹੁਤ ਨਜ਼ਦੀਕੀ ਬੰਦੇ, ਫਿਰ ਧਾਹ ਮਾਰ ਕੇ ਰੋਂਦੇ ਹਨ। ਉੱਡਿਆ ਹੰਸ ਦਸਾਏ ਰਾ, ਹੰਸ ਭਾਵ ਜੀਵ ਆਤਮਾ। ਇਸ ਸਰੀਰ ਦੇ ਵਿੱਚੋਂ ਜੀਵ ਆਤਮਾ ਨਿਕਲ ਜਾਂਦੀ ਹੈ, ਅਤੇ ਉਹ ਅੱਗੇ ਕਿੱਥੇ ਜਾਣਾ ਉਹਦਾ ਰਾਹ ਪੁੱਛਦੀ। ਦਸਾਏ ਮੈਨੇ ਪੁੱਛਣਾ, ਅਤੇ ਉਹ ਜਿਹੜਾ ਆਤਮਾ ਹੈ ਉਹ ਅਗਲਾ ਰਾਹ ਪੁੱਛਦੀ ਹੈ। ਆਇਆ ਗਿਆ ਮੋਇਆ ਨਾਮ, ਮਨੁੱਖ ਇਸ ਸੰਸਾਰ 'ਤੇ ਆਇਆ, ਫਿਰ ਕੁਝ ਸਾਲਾਂ ਬਾਅਦ ਇਸ ਤੋਂ ਚਲਿਆ ਗਿਆ, ਮਰ ਗਿਆ, ਨਾਮ ਵੀ ਮਰ ਜਾਂਦਾ ਉਹਦਾ। ਕੋਈ 50-60 ਸਾਲ, ਕੋਈ 10 ਸਾਲ, ਕੋਈ 20 ਸਾਲ ਕਿਸੇ ਨੂੰ ਯਾਦ ਕਰਦਾ, ਮਗਰ ਭੁੱਲ ਭੁਲਾ ਜਾਂਦਾ। ਜਿਵੇਂ ਪੜਦਾਦੇ ਦਾ ਨਾਂ ਕਿਸੇ ਵਿਰਲੇ ਟਾਵੇਂ ਨੂੰ ਆਉਂਦਾ ਹੋਣਾ, ਦਾਦੇ ਦੇ ਨਾਮ ਤੱਕ ਤਕਰੀਬਨ ਕੁਝ ਲੋਕ ਜਾਣਦੇ ਹੁੰਦੇ ਨੇ, ਕਿਉਂਕਿ ਕਈ ਵਾਰੀ ਦਾਦਾ ਬੱਚਿਆਂ ਨੂੰ ਖਿਡਾ ਰਿਹਾ ਹੁੰਦਾ ਹੈ, ਅਤੇ ਜਦੋਂ ਪੋਤੇ ਪੜੋਤੇ ਉਹਨੇ ਚਿਰ ਬੰਦਾ ਨਹੀਂ ਰਹਿੰਦਾ, ਇਸ ਲਈ ਉਹਦਾ ਨਾਂ ਵੀ ਮਰ ਜਾਂਦਾ, ਭਾਵ ਉਹਦਾ ਨਾਮ ਵੀ ਕੋਈ ਨਹੀਂ ਲੈਂਦਾ। ਪਿੱਛੇ ਪੱਤਰ ਸੱਦਿਓ ਕਾਮ, ਮਗਰੋਂ ਫਿਰ ਉਹਦੇ ਲਈ ਨਾ ਕੀ ਕਰਦੇ ਨੇ, ਪੰਡਤਾਂ ਨੂੰ ਸੱਦ ਕੇ ਵੀ ਸਾਡੇ ਪਿਤਰਾਂ ਤੱਕ ਜੇ ਖਾਣਾ ਪੀਣਾ ਪਹੁੰਚਾਓ। ਜਿਵੇਂ ਸ਼ਰਾਧ ਆਉਂਦੇ ਨੇ, ਪੰਡਤਾਂ ਦੇ ਵਿਚਾਰ ਅਨੁਸਾਰ ਵੀ ਇਹਨਾਂ ਸ਼ਰਾਧਾਂ ਦੇ ਵਿੱਚ ਜਿਹੜਾ ਪੰਡਤਾਂ ਨੂੰ ਭੋਜਨ ਖਵਾਉਂਦਾ ਹੈ, ਉਹ ਜੋ ਖਵਾਉਂਦਾ ਹੈ ਉਹ ਉਹਨਾਂ ਦੇ ਰਿਸ਼ਤੇ ਜਿਹੜਾ ਮਰ ਗਿਆ ਉਹਦੇ ਤੱਕ ਪਹੁੰਚਦਾ ਹੈ। ਖੀਰ ਖਵਾਓਗੇ ਖੀਰ ਪਹੁੰਚੇਗੀ, ਸੁੱਕੀ ਰੋਟੀ ਖਵਾਓਗੇ ਤਾਂ ਸੁੱਕੀ ਰੋਟੀ ਪਹੁੰਚੇ, ਕੜਾਹ ਖਵਾਓਗੇ ਕੜਾਹ ਪਹੁੰਚੇਗਾ, ਜੋ ਤੁਸੀਂ ਖਾਓਗੇ। ਉਹਨਾਂ ਦੇ ਅਨੁਸਾਰ ਉਹ 15 ਦੋ ਹਫ਼ਤੇ ਉਹਨਾਂ ਕੋਲ ਹੁੰਦੇ ਨੇ, ਉਹਦੇ ਵਿੱਚ ਹੀ ਉਹ ਸਾਰਾ ਉਹ ਕਰਦੇ ਨੇ। ਹੁਣ ਕਹਿੰਦੇ ਪਿਤਰਾਂ ਦੇ ਸ਼ਰਾਧ, ਪਿਤਰਾਂ ਦੇ ਨਿਮਿਤ ਹੁੰਦਾ ਪੰਡਤਾਂ ਨੂੰ ਖਵਾਉਣਾ ਪਿਆਣਾ। ਸਿੱਖ ਧਰਮ ਇਹ ਕਹਿੰਦਾ ਕਿ ਕੋਈ ਵੀ ਦਿਸਣ ਵਾਲੀ ਚੀਜ਼ ਪਿਤਰਾਂ ਤੱਕ ਨਹੀਂ ਪਹੁੰਚਦੀ। ਮਰਨ ਤੋਂ ਬਾਅਦ ਨਾ ਕੋਈ ਆਪਣੇ ਨਾਲ ਕੋਈ ਚੀਜ਼ ਲਿਜਾ ਸਕਦਾ ਹੈ, ਅਤੇ ਨਾ ਹੀ ਕੋਈ ਮਗਰੋਂ ਪਹੁੰਚੇ।
ਹੁਣ ਕਈ ਮਰਨ ਤੋਂ ਬਾਅਦ ਬਿਸਤਰਾ ਦਿੰਦੇ ਨੇ, ਕੋਈ ਮੰਜਾ ਦਿੰਦਾ ਹੈ, ਕੋਈ ਜੁੱਤੀਆਂ ਦਿੰਦਾ ਹੈ, ਕੋਈ ਕੱਪੜੇ ਦਿੰਦਾ ਹੈ। ਉਹ ਜਿਹੜਾ ਗੁਰਦੁਆਰੇ ਦਾ ਭਾਈ ਹੈ, ਇਹ ਤਾਂ ਉਹਦੇ ਕੰਮ ਆਉਂਦੇ ਨੇ, ਜਾਂਦਾ ਜੁੰਦਾ ਕੋਈ ਨਹੀਂ ਉੱਪਰ ਨੂੰ। ਇੱਕ ਵਾਰੀ ਪਿਤਾ ਜੀ ਨੇ ਕਿਸੇ ਦਾ ਮੰਜਾ ਦੇਖਿਆ, ਗੁਰਦੁਆਰੇ ਲਾਇਆ ਵੀ ਭੇਜਣੇ। ਉਹ ਕਹਿੰਦਾ ਭਾਈ ਇਹ ਤੇਰਾ ਮੰਜਾ ਤੇਰੇ ਬਾਪ ਤੱਕ ਜਾਏਗਾ? ਕਿਹਾ ਜੀ ਹਾਂ ਜਾਏਗਾ। ਅਤੇ ਕਹਿੰਦੇ ਫਿਰ ਤੇਰੇ ਬਾਪ ਦੀਆਂ ਲੱਤਾਂ 'ਚ ਵਗ ਜਾਣੀਆਂ ਨੇ, ਇੰਨਾ ਖੁੱਲ੍ਹਾ ਤੂੰ ਇਹਨੂੰ ਬੁਣਿਆ, ਤੇਰਾ ਬਾਪੂ ਵਿੱਚੋਂ ਦੀ ਵਗ ਜਾਏਗਾ। ਜੇ ਤੇਰਾ ਵਿਸ਼ਵਾਸ ਹੈ ਕਿ ਇਹ ਮੰਜਾ ਤੇਰੇ ਬਾਪ ਤੱਕ ਜਾਏ, ਫਿਰ ਚੱਜ ਦਾ ਦੇ ਦੇਣਾ ਸੀ। ਕੁਛ ਨਾ ਬਿਸਤਰਾ ਜਾਵੇ, ਨਾ ਜੁੱਤੀ ਜਾਵੇ, ਨਾ ਕੱਪੜਾ ਜਾਵੇ, ਨਾ ਮੰਜਾ ਜਾਵੇ, ਕੁਛ ਨਹੀਂ ਉਹਦੇ ਤੱਕ ਜਾਂਦਾ। ਇਹ ਤਾਂ ਠੀਕ ਹੈ ਗੁਰਦੁਆਰੇ ਵਾਲੇ ਰੱਖ ਲੈਂਦੇ ਵੀ ਆਏ ਗਏ, ਕੋਈ ਆ ਗਿਆ ਮੁਸਾਫਰ ਰਾਜਾ, ਜਾਂ ਆਪਣੇ ਵਿਆਹ ਸ਼ਾਦੀ ਹੁੰਦੀ ਹੈ, ਕੋਈ ਫੰਕਸ਼ਨ ਹੁੰਦਾ, ਆਪਾਂ ਗੁਰਦੁਆਰਾ ਮੰਜੇ ਬਿਸਤਰੇ ਮੰਗ ਲਿਆਉਂਦੇ ਹਾਂ, ਉਹ ਤੇ ਕੰਮ ਹੁੰਦੇ ਨੇ। ਇਹ ਪਿਤਰਾਂ ਤੱਕ ਕੋਈ ਵੀ ਚੀਜ਼ ਨਹੀਂ ਜਾਂਦੀ। ਫਿਰ ਉਹਨਾਂ ਨੇ ਖਾਂਦਾ ਕੌਣ? ਕਾਂ ਬਾਹਰ ਰੱਖਦਾ, ਉਹਨਾਂ ਨੇ ਕਾਵਾਂ ਨਹੀਂ ਖਾਣਾ ਉਸਨੂੰ, ਜਿਹਦੇ ਲਈ ਕੀਤਾ ਸੀ। ਉਹ ਪਿਤਰਾਂ ਤੱਕ ਕੁਛ ਨਹੀਂ ਜਾਂਦਾ ਹੈ, ਹੁਣ ਤਾਂ ਜਾਨਵਰ ਖਾਂਦੇ ਨੇ। ਨਾਨਕ ਮਨਮੁਖ ਅੰਧ ਪਿਆਰ। ਜਿਹੜਾ ਮਨਮੁਖ ਹੁੰਦਾ ਹੈ ਉਹਦਾ ਸੰਸਾਰ ਨਾਲ ਪਿਆਰ ਵੀ ਅੰਨਾ ਹੁੰਦਾ, ਭਾਵ ਅਗਿਆਨੀਆਂ ਵਾਲਾ ਹੁੰਦਾ। ਮਨਮੁਖ ਹੈ, ਮਨਮੁਖ ਨੂੰ ਅਗਿਆਨੀ ਗਿਣਿਆ ਗਿਆ ਹੈ, ਗੁਰਮੁਖ ਨੂੰ ਹੀ ਗਿਆਨੀ ਗਿਣਿਆ ਗਿਆ ਹੈ। ਮਨਮੁਖ ਨੂੰ ਕਿ ਜਿਹੜਾ ਆਪਣੀ ਮਰਜ਼ੀ ਕਰੇ, ਅਤੇ ਆਪਣੀ ਮਰਜ਼ੀ ਕਰਨ ਵਾਲੇ ਨੂੰ ਧਰਮ ਅਗਿਆਨੀ ਗਿਣਦਾ ਹੈ। ਇਸ ਲਈ ਉਹਦਾ ਜਿਹੜਾ ਸੰਸਾਰ ਨਾਲ ਪਿਆਰ ਹੈ ਉਹ ਵੀ ਅਗਿਆਨੀਆਂ ਵਾਲਾ ਹੈ। ਉਹਨੂੰ ਇਹ ਪਤਾ ਹੀ ਨਹੀਂ ਕਿ ਪਿਆਰ ਕਰਨਾ ਕਿਹਨੂੰ ਹੈ। ਧਰਮ ਕਹਿੰਦਾ ਪਿਆਰ ਤਾਂ ਰੱਬ ਨੂੰ ਕਰਨਾ ਜਿਹਨੇ ਸਦਾ ਰਹਿਣਾ। ਤੂੰ ਜਿਨ੍ਹਾਂ ਨੂੰ ਪਿਆਰ ਕਰ ਰਿਹਾ ਉਹ ਤਾਂ ਸਦਾ ਰਹਿਣੇ ਨਹੀਂ, ਅਤੇ ਫਿਰ ਤੈਨੂੰ ਦੁੱਖ ਹੋਏਗਾ। ਜਦੋਂ ਤੇਰਾ ਪਿਆਰਾ ਤੇਰੇ ਤੋਂ ਵਿਛੜੇਗਾ ਫਿਰ ਤੈਨੂੰ ਦੁੱਖ ਹੋਏਗਾ। ਤੂੰ ਜੇ ਪਿਆਰ ਕਰਨਾ ਤਾਂ ਰੱਬ ਨੂੰ ਕਰ, ਜਿਹਨੇ ਕਦੇ ਜਿਹੜਾ ਹੈ ਮਰਨਾ ਹੀ ਨਹੀਂ ਹੈਗਾ। ਇਸ ਲਈ ਮਨੁੱਖ ਦਾ ਪਿਆਰ ਵੀ ਅਗਿਆਨੀਆਂ ਵਾਲਾ ਹੁੰਦਾ ਹੈ। ਬਾਝ ਗੁਰੂ ਡੁੱਬਾ ਸੰਸਾਰ। ਇਹ ਗੁਰੂ ਤੋਂ ਬਿਨਾਂ ਜਿਹੜਾ ਸੰਸਾਰ ਹੈ ਇਹ ਮੋਹ ਮਾਇਆ 'ਚ ਹੀ ਡੁੱਬ ਜਾਂਦਾ ਹੈ। ਭਾਵ ਇਹਨੂੰ ਪਤਾ ਹੀ ਨਹੀਂ ਹੈਗਾ ਕਿ ਅਸੀਂ ਇਸ ਸੰਸਾਰ 'ਚ ਕੀ ਕਰਨ ਆਏ ਹਾਂ, ਕਰ ਕੀ ਰਹੇ ਹਾਂ। ਜਿੰਨਾ ਚਿਰ ਇਹੀ ਨਹੀਂ ਸਾਨੂੰ ਪਤਾ ਅਸੀਂ ਕਰਨ ਕੀ ਆਏ ਹਾਂ ਅਤੇ ਕਰ ਕੀ ਰਹੇ ਹਾਂ, ਜਦੋਂ ਇਹ ਅੰਤਰ ਪਤਾ ਲੱਗ ਗਿਆ ਉਦੋਂ ਸੁਧਾਰ ਹੋ ਸਕਦਾ ਮਨੁੱਖ 'ਚ, ਉਦੋਂ ਸੁਧਾਰ ਹੋ ਸਕਦਾ ਹੈ। ਅਤੇ ਜਿਹਨੂੰ ਇਹ ਪਤਾ ਹੀ ਨਹੀਂ ਵੀ ਅਸੀਂ ਜੋ ਕਰ ਰਹੇ ਹਾਂ ਕਿ ਇਹ ਠੀਕ ਹੈ ਕਿ ਗਲਤ ਹੈ, ਉਂਝ ਨਹੀਂ ਪਤਾ ਲੱਗਦਾ ਅਸੀਂ ਕੀ ਜੋ ਕਰ ਰਹੇ ਠੀਕ ਹੈ ਗਲਤ ਹੈ। ਕਿਉਂਕਿ ਕੋਈ ਕਸਵੱਟੀ ਤਾਂ ਸਾਡੇ ਕੋਲ ਚਾਹੀਦੀ ਨਹੀਂ, ਜਿਸ 'ਤੇ ਅਸੀਂ ਕਿਸੇ ਦੇ ਕਰਮਾਂ ਨੂੰ ਪਰਖ ਕੇ ਠੀਕ ਜਾਂ ਗਲਤ ਕਹਿ ਸਕੀਏ। ਨਹੀਂ ਤਾਂ ਸ਼ਰਾਬੀ ਕਬਾਬੀ ਆਪਣੇ ਆਪ ਨੂੰ ਠੀਕ ਕਹਿ ਰਿਹਾ, ਚੋਰ ਵੀ ਆਪਣੇ ਆਪ ਨੂੰ ਠੀਕ ਕਹਿ ਰਿਹਾ, ਡਾਕੂ ਵੀ ਆਪਣੇ ਆਪ ਨੂੰ ਠੀਕ ਕਹਿ ਰਿਹਾ, ਰਿਸ਼ਵਤਖੋਰ ਵੀ ਆਪਣੇ ਆਪ ਨੂੰ ਠੀਕ ਕਹਿ ਰਿਹਾ, ਮਿਲਾਵਟਖੋਰ ਵੀ ਆਪਣੇ ਆਪ ਨੂੰ ਠੀਕ ਕਹਿ ਰਿਹਾ ਹੈ, ਆਪਣੇ ਠੀਕ ਕਹਿ ਰਿਹਾ। ਪਤਾ ਕਿਵੇਂ ਲੱਗੇ ਕਿ ਉਹ ਠੀਕ ਹੈ ਕਿ ਗਲਤ ਹੈ? ਕੋਈ ਮਾਪਦੰਡ ਹੋਣਾ ਚਾਹੀਦਾ, ਕੋਈ ਕਸਵੱਟੀ ਹੋਣੀ ਚਾਹੀਦੀ ਹੈ ਜਿਸ 'ਤੇ ਅਸੀਂ ਪਰਖ ਕੇ ਕਹਿ ਸਕੀਏ ਵੀ ਆਹ ਠੀਕ ਹੈ ਅਤੇ ਗਲਤ ਹੈ। ਉਹ ਹੈ ਗੁਰਬਾਣੀ। ਸਿੱਖ ਲਈ ਜਿਹੜੇ ਕਰਮ ਗੁਰਬਾਣੀ ਅਨੁਸਾਰ ਹਨ ਉਹ ਠੀਕ ਨੇ, ਬਾਕੀ ਗਲਤ ਨੇ। ਬਸ ਜਿਸ ਕਰਮ ਦੀ ਗੁਰਬਾਣੀ ਆਗਿਆ ਨਹੀਂ ਦਿੰਦੀ ਉਹ ਕਰਮ ਗਲਤ ਹੈ। ਇਸ ਲਈ ਸ਼ਰਾਬ ਪੀਣ ਵਾਲਾ ਨਸ਼ਈ ਬੰਦਾ ਜਦੋਂ ਆਪਣੇ ਆਪ ਨੂੰ ਗੁਰਬਾਣੀ 'ਤੇ ਪਰਖੇਗਾ ਉਹਨੂੰ ਪਤਾ ਲੱਗ ਜਾਏਗਾ ਕਿ ਸ਼ਰਾਬ ਪੀਣਾ ਗਲਤ ਹੈ। ਜਦੋਂ ਪਤਾ ਲੱਗੂ ਕਿ ਗਲਤ ਹੈ ਤਾਂ ਹੀ ਉਹ ਛੱਡੇਗਾ। ਜੇ ਉਸ ਨੂੰ ਠੀਕ ਸਮਝ ਰਿਹਾ ਉਹ ਕਿਉਂ ਛੱਡੇਗਾ ਵੀ? ਇਸ ਲਈ ਕਿਸੇ ਵੀ ਕੰਮ ਨੂੰ ਪਰਖਣਾ ਹੈ, ਕਿਸੇ ਬੰਦੇ ਨੂੰ ਪਰਖਣਾ, ਆਪਣੇ ਵਿਚਾਰਾਂ ਅਨੁਸਾਰ ਨਹੀਂ ਉਸ ਨੂੰ ਪਰਖਣਾ। ਪੀਣ ਵਾਲੇ ਨੂੰ ਵੈਸ਼ ਨੂੰ ਨਹੀਂ ਚੰਗਾ ਲੱਗਦਾ ਅਤੇ ਵੈਸ਼ ਨੂੰ ਪੀਣ ਵਾਲਾ ਨਹੀਂ ਚੰਗਾ ਲੱਗਦਾ। ਉਹ ਆਪਣੇ ਤਰੀਕੇ ਨਾਲ ਪਰਖ ਰਿਹਾ, ਉਹ ਆਪਣੇ ਵਿਚਾਰਾਂ ਅਨੁਸਾਰ ਪਰਖ ਰਿਹਾ। ਇਸ ਤਰ੍ਹਾਂ ਗਲਤੀ ਹੋ ਜਾਏਗੀ। ਇਸ ਤਰ੍ਹਾਂ ਨਹੀਂ ਪਰਖਣਾ।
ਆਪਣੇ ਵਿਚਾਰਾਂ ਅਨੁਸਾਰ ਨਹੀਂ ਪਰਖਣਾ, ਕਿਉਂਕਿ ਦੋ ਬੰਦਿਆਂ ਦੇ ਵਿਚਾਰ ਕਦੇ ਨਹੀਂ ਰਲਿਆ ਕਰਦੇ। ਉਹ ਕਹਿੰਦਾ ਮੇਰੇ ਅਨੁਸਾਰ ਹੋਵੇ, ਉਹ ਕਹਿੰਦਾ ਮੇਰੇ ਅਨੁਸਾਰ। ਪਤੀ ਪਤਨੀ ਦੇ ਵਿੱਚ ਝਗੜਾ ਕਿਉਂ ਹੁੰਦਾ? ਪਤੀ ਕਹਿੰਦਾ ਪਤਨੀ ਮੇਰੇ ਅਨੁਸਾਰ ਹੋਵੇ, ਪਤਨੀ ਕਹਿੰਦੀ ਪਤੀ ਮੇਰੇ ਅਨੁਸਾਰ ਹੋਵੇ। ਉਹ ਦੋਨੋਂ ਇੱਕ ਦੂਜੇ ਦੇ ਅਨੁਸਾਰ ਹੋ ਹੀ ਨਹੀਂ ਸਕਦੇ। ਕਿਉਂ? ਪਤੀ ਨੇ ਪਿਛਲੇ ਜਨਮਾਂ 'ਚ ਹੋਰ ਕਰਮ ਕੀਤੇ, ਪਤਨੀ ਨੇ ਹੋਰ ਕਰਮ ਕੀਤੇ। ਉਹਨਾਂ ਦੀ ਕਿਸਮਤ ਹੀ ਅੱਡ-ਅੱਡ ਹੈ। ਹੁਣ ਕਿਸਮਤ ਹੀ ਅੱਡ-ਅੱਡ ਹੈ, ਕਿਸਮਤ ਕਰਕੇ ਵਿਚਾਰ ਅੱਡ-ਅੱਡ ਨੇ। ਇਹ ਤਾਂ ਐਡਜਸਟਮੈਂਟ ਹੁੰਦੀ। ਜਿਹੜੇ ਸਿਆਣੇ ਹੁੰਦੇ ਨੇ ਮੀਆਂ ਬੀਬੀ, ਉਹਨਾਂ ਨੂੰ ਧਰਮ ਦਾ ਗਿਆਨ ਹੁੰਦਾ ਹੈ ਕਿ ਕੋਈ ਨਾ ਕਿਸੇ ਜਿਹਾ ਪਰਮਾਤਮਾ ਨੇ ਦੋ ਵਿਅਕਤੀ ਇੱਕੋ ਜਿਹੇ ਪੈਦਾ ਹੀ ਨਹੀਂ ਕੀਤੇ। ਜਦੋਂ ਅਸੀਂ ਇੱਕੋ ਜਿਹੇ ਹੈ ਹੀ ਨਹੀਂ ਤਾਂ ਸਾਡਾ ਇੱਕੋ ਜਿਹਾ ਸੁਭਾਅ ਕਿਵੇਂ ਹੋ ਸਕਦਾ? ਦੋ ਸਕੇ ਭਰਾਵਾਂ ਦਾ ਵੀ ਸੁਭਾਅ ਅੱਡ-ਅੱਡ ਹੁੰਦਾ ਹੈ। ਸਿਆਣਪ ਇਹ ਹੁੰਦੀ ਹੈ ਕਿ ਜਿਹੜਾ ਹੈ ਦੋਨੋਂ ਆਪਸੀ ਐਡਜਸਟਮੈਂਟ ਕਰ, ਕੁਛ ਉਹ ਆਪਣਾ ਢਿੱਲਾ ਪੈ ਜਾਏ, ਕੁਛ ਦੂਜਾ ਹੋ ਜਾਏ, ਵੀ ਚਲੋ ਜਿਹੜਾ ਹੈ ਇਹ ਗ੍ਰਸਤ ਦੀ ਗੱਡੀ ਚੱਲਦੀ ਰਹੇ। ਸੋ ਜਿਹੜੇ ਪਰਖ ਕਰਨੀ ਹੈ ਕਿਸੇ ਦੀ ਤਾਂ ਗੁਰਬਾਣੀ ਅਨੁਸਾਰ ਕਰਨੀ ਹੈ। ਜਿਹਦਾ ਜੀਵਨ ਗੁਰਬਾਣੀ ਅਨੁਸਾਰ ਹੈ ਉਹ A ਕਲਾਸ ਬੰਦਾ, ਅਤੇ ਜਿਹਦਾ ਜੀਵਨ ਗੁਰਬਾਣੀ ਦੇ ਵਿਰੁੱਧ ਹੈ ਉਹਦੇ ਨਾਲ ਤੁਸੀਂ ਤੁਹਾਡੀ ਮਰਜ਼ੀ ਵਰਤੋ ਨਾ ਵਰਤੋ, ਪਰ ਮੂੰਹ ਦੀ ਕਦੇ ਨਹੀਂ ਵਿਗਾੜੀ ਦੀ ਹੁੰਦੀ। ਯਾਦ ਰੱਖੀਦਾ, ਮੂੰਹ ਦੀ ਨਹੀਂ ਵਿਗਾੜੀ ਦੀ। ਸਿਆਣੇ ਕਹਿੰਦੇ ਨੇ ਕਦੇ ਖੋਟਾ ਸਿੱਕਾ ਵੀ ਕੰਮ ਆ ਸਕਦਾ ਹੈ। ਜੇ ਤੁਸੀਂ ਮੂੰਹ ਦੀ ਵਿਗਾੜ ਲਈ ਬਾਈ ਚਾਂਸ ਤੁਹਾਡਾ ਐਕਸੀਡੈਂਟ ਹੋ ਗਿਆ, ਉਹ ਜਿਹੜਾ ਕੋਲੋਂ ਲੰਘ ਰਿਹਾ ਹੈ, ਜਿਹਨੇ ਵੇਖਿਆ ਹੈ, ਜੇ ਤੁਸੀਂ ਉਹਦੇ ਨਾਲ ਮੂੰਹ ਦੀ ਵਿਗਾੜੀ ਹੋਏ ਤਾਂ ਕਦੇ ਨਹੀਂ ਚੱਕੇਗਾ। ਜੇ ਤੁਸੀਂ ਮੂੰਹ ਦੀ ਉਹਦੇ ਨਾਲ ਨਹੀਂ ਵਿਗਾੜੀ, ਬੋਲ ਚਾਲ ਰੱਖੀ ਹੋਈ ਹੈ, ਭਾਵੇਂ ਵਰਤਾ ਨਹੀਂ ਹੈ, ਤਾਂ ਵੀ ਹੋ ਸਕਦਾ ਉਹ ਤੁਹਾਡੇ ਘਰ ਟੈਲੀਫੋਨ ਕਰ ਦੇ ਜਾਂ ਕੋਈ ਚੱਕ ਕੇ ਤੁਹਾਨੂੰ ਹਸਪਤਾਲ ਤੱਕ ਪਹੁੰਚਾ ਦੇਵੇ, ਕਿਉਂਕਿ ਬੰਦਾ ਬੰਦੇ ਦਾ ਦਾਰੂ ਹੁੰਦਾ ਹੈ। ਇਸ ਲਈ ਅਸੀਂ ਜਦੋਂ ਵੀ ਕਿਸੇ ਨੂੰ ਪਰਖਣਾ, ਆਪਣੇ ਵਿਚਾਰਾਂ ਅਨੁਸਾਰ ਨਹੀਂ ਪਰਖਣਾ, ਅਸੀਂ ਗੁਰੂ ਦੇ ਵਿਚਾਰਾਂ ਭਾਵ ਗੁਰਬਾਣੀ ਅਨੁਸਾਰ ਪਰਖਣਾ। ਅਤੇ ਗੁਰੂ ਮਹਾਰਾਜ ਬਾਝ ਗੁਰੂ ਡੁੱਬਾ ਸੰਸਾਰ, ਗੁਰੂ ਤੋਂ ਬਿਨਾਂ ਸੰਸਾਰ ਜਿਹੜਾ ਹੈ ਮੋਹ ਮਾਇਆ ਦੇ ਵਿੱਚ ਡੁੱਬ ਗਿਆ ਹੈ। ਮਹਿਲਾ ਪਹਿਲਾ ਅੱਗੇ ਕਹਿੰਦੇ ਗੁਰੂ ਨਾਨਕ ਦੇਵ ਜੀ ਫਿਰ ਫਰਮਾਨ ਕਰਦੇ ਨੇ, 10 ਬਾਲਤਨ 20 ਰਵਨ 30 ਸੱਸੇ ਨੂੰ ਕਰਨਾ ਪੈਂਦੇ, 30 ਕਾ ਸੁੰਦਰ ਕਹਾਵੈ 40 ਸੱਸੇ ਨੂੰ ਪਿਆਰੀ ਬਿੰਦੇ, 40 ਪੁਰ ਹੋਏ 85 ਪੱਗ ਖਿਸੈ 60 ਕੇ ਬੁਢੇਪਾ ਆਵੈ, 70 ਸੱਸੇ ਤੇ ਅਧਿਕ, 70 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੈ, 90 ਇਹਨੂੰ ਨਵੇਂ ਨਹੀਂ ਬੋਲਦੇ ਕਿਤੇ, 90 ਨੰਨੇ ਦੇ ਅਧਿਕ ਲਾ ਕੇ ਬੋਲਣਾ, ਜਿਹਨੂੰ ਆਪਾਂ 90 ਕਹਿੰਦੇ ਅੱਜ ਕੱਲ੍ਹ। 90 ਕਾ ਸਹਿਜਸਨੀ ਮੂਲ ਨ ਜਾਣੈ ਅਪ ਬਲ, ਢੰਡੋਲਮ ਢੂੰਡਿਮ ਡਿਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ। ਗੁਰੂ ਨਾਨਕ ਦੇਵ ਜੀ ਕਹਿੰਦੇ 10 ਬਾਲਤਨ 10 ਸਾਲਾਂ ਦਾ ਬੱਚਾ ਹੁੰਦਾ, ਬਾਲਤਨ ਵੀ ਬਚਪਨ ਹੁੰਦਾ 10। 20 ਰਵਣ, ਰਵਣ ਜਵਾਨੀ ਨੂੰ ਕਹਿੰਦੇ, 20 ਸਾਲਾਂ ਦਾ ਹੋ ਕੇ ਬੰਦਾ ਜਵਾਨ ਹੋ ਜਾਂਦਾ। 30 ਕਾ ਸੁੰਦਰ ਕਹਾਵੇ, ਜਦ 30 ਸਾਲਾਂ ਦਾ ਫਿਰ ਸੋਹਣਾ ਲੱਗਦਾ ਹੈ, ਬਸ ਵਧੀਆ ਗੱਭਰੂ ਹੈ ਜੀ, ਸੋਹਣਾ ਲੱਗਦਾ। 40 ਪੁਰ ਹੋਏ, ਜਦੋਂ 40 ਸਾਲਾਂ ਦਾ ਹੁੰਦਾ ਫਿਰ ਪੂਰਾ ਹੁੰਦਾ ਹੈ, ਫਿਰ ਪੂਰੀ ਜਵਾਨੀ ਹੁੰਦੀ ਹੈ ਉਸ 85 ਪੱਗ ਖਿਸੇ, ਜਦੋਂ 50 ਸਾਲਾਂ ਦਾ ਹੋ ਜਾਂਦਾ ਫਿਰ ਉਹਦਾ ਪੈਰ ਪਿੱਛੇ ਨੂੰ ਜਾਂਦਾ, ਫਿਰ ਉਹ ਤੇਜ਼ ਨਹੀਂ ਤੁਰ ਸਕਦਾ ਹੁੰਦਾ, ਉਹਦਾ ਪੈਰ ਅੱਗੇ ਨੂੰ ਰੱਖਦਾ ਜਾਂਦਾ ਪਿੱਛੇ ਨੂੰ, ਖਿਸਣਾ ਹੁੰਦਾ, ਖਿਸਕਣਾ ਪਿੱਛੇ ਜਾਣਾ।
60 ਕੇ ਬੁਢੇਪਾ ਆਵੇ। ਜਦੋਂ 60 ਸਾਲ ਦਾ ਆਉਂਦਾ ਫਿਰ ਬੁਢਾਪਾ ਆਉਂਦਾ, ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਹੈ। 70 ਕਾ ਮਤਹੀਨ, ਆਮ ਨਹੀਂ ਕਹਿੰਦੇ ਇਹ ਜੀ 70 72 ਗਿਆ, ਯਾਦ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਜੇ ਡਾਕਟਰ ਕੋਲ ਚਲੇ ਜਾਓ ਜੀ, ਆ ਸਾਡਾ ਬਾਪੂ ਹੈ ਜੀ, ਬੇਬੇ ਹੈ ਜੀ, ਇਹਦੀ ਜਿਹੜੀ ਹੈ ਯਾਦ ਸ਼ਕਤੀ ਕਹਿੰਦੇ ਜੀ ਤਾਂ ਓਲਡ ਏਜ ਪ੍ਰੋਬਲਮ ਹੈ, ਇਹ ਤਾਂ ਬੁਢਾਪੇ ਕਾਰਨ ਹੈ। ਕਿਉਂਕਿ ਹਰ ਜਦੋਂ ਉਮਰ ਵੱਧਦੀ ਹੈ ਸਾਡੀ ਸ਼ਕਤੀ ਕਸ਼ੀਣ ਹੁੰਦੀ ਹੈ, ਹਰ ਇੱਕ ਚੀਜ਼ ਬੁੱਢੀ ਹੁੰਦੀ ਹੈ। ਸਿਰਫ ਸਾਡੇ ਹੱਥ ਪੈਰ ਹੀ ਨਹੀਂ ਬੁੱਢੇ ਹੁੰਦੇ, ਸਾਡਾ ਦਿਮਾਗ ਵੀ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਹੈ। 70 ਕਾ ਮਤਹੀਨ, ਇੰਨਾ ਜੇ ਚੰਗਾ ਸਾਡੇ 'ਚ ਕੋਈ ਮਤਹੀਨ ਨਹੀਂ ਹੋਇਆ ਹੈ, ਅਜੇ ਦਿਮਾਗ ਕੰਮ ਕਰਦਾ। ਕਈ ਸਾਡੇ ਜਿਸ ਸਤਸੰਗੀ 70 ਤੋਂ ਉੱਪਰ ਟੱਪ ਗਏ ਨੇ, ਪਰ ਆਮ ਤੌਰ 'ਤੇ ਛੋਟੇ ਹੁੰਦਿਆਂ ਆਮ ਕਹਿ ਇਹ ਜੀ 70 72 ਗਿਆ, ਭਾਵ 70 72 ਸਾਲਾਂ ਦਾ ਹੋ ਗਿਆ, ਹੁਣ ਇਹਨੂੰ ਗੱਲ ਭੁੱਲ ਜਾਂਦੀ ਹੈ। ਉਹ ਛੋਟੇ ਹੁੰਦੇ ਨੇ ਗੱਲਾਂ ਦੀ ਸਮਝ ਨਹੀਂ ਸੀ ਹੁੰਦੀ। ਪਿਤਾ ਜੀ ਉਦੋਂ ਹੋ ਗਏ ਉਹਨੇ 70 72 ਸਾਲਾਂ ਦੇ, ਉਹਨਾਂ ਨੇ ਕਈ ਵਾਰੀ ਕਸ਼ਹਿਰਾ ਮੋਢੇ 'ਤੇ ਰੱਖਿਆ ਹੋਣਾ, ਲੱਭੀ ਜਾਣਾ ਕਸ਼ਹਿਰਾ। ਕਈ ਵਾਰੀ ਅਸੀਂ ਜਿਵੇਂ ਬੱਚੇ ਹੁੰਦੇ ਤਮਾਸ਼ਾ ਵੇਖਦੇ ਨੇ ਵੀ ਹੈ ਤੈਨੂੰ ਦੇ ਮੋਢੇ ਦੇ ਕਸ਼ਹਿਰਾ, ਪਰ ਚਲੋ ਉਹਨੂੰ ਖਿੱਚ ਲੈਣ ਦੇ। ਜਦੋਂ ਪੂਰਾ ਖਿੱਚ ਲੈਣਾ ਫਿਰ ਕਿਹਾ ਬਾਪੂ ਜੀ ਕਸ਼ਹਿਰਾ ਤਾਂ ਤੁਹਾਡਾ ਮੋਢੇ 'ਤੇ, ਅੱਛਾ ਉਹ ਸੜ ਜਾਣਾ ਤੇ ਮੋਢੇ 'ਤੇ ਹੀ। ਫਿਰ ਵੀ ਉਹਨੂੰ ਸਮਝ ਆਈ, ਛੋਟੇ ਹੁੰਦੇ ਪੜ੍ਹਦੇ ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ, ਵੀ ਕੁੜੀ ਤੇ ਕੁੱਛੜ ਚੁੱਕੀ ਹੈ ਤੇ ਢੰਡੋਰਾ ਪਿੱਟ ਰਿਹਾ ਵੀ ਮੇਰੀ ਕੁੜੀ ਗੁੰਮ ਗਈ ਹੈ, ਕਿਸੇ ਨੂੰ ਮਿਲੀ ਹੋਵੇ ਦੱਸਿਓ। ਤੇ ਕਿਸੇ ਨੇ ਕਿਹਾ ਤੇ ਕੁੱਛੜ ਚੁੱਕੀ ਹੋਈ, ਕਹਿੰਦਾ ਅੱਛਾ ਹੋ ਜਾਂਦਾ ਇਸ ਤਰ੍ਹਾਂ। ਹੁਣ ਮੈਂ ਦੇਖਿਆ 78 ਸਾਲ ਦੀ ਉਮਰ ਹੋ ਗਈ ਹੈ, ਹੁਣ ਕਈ ਗੱਲਾਂ ਬਾਕੀ ਭੁੱਲਣ ਲੱਗ ਜਾਂਦੀ, ਚੀਜ਼ ਕੋਲ ਹੀ ਹੁੰਦੀ ਹੈ, ਬੰਦਾ ਲੱਭੀ ਜਾਂਦਾ। ਜਾਂ ਕਮਰੇ 'ਚ ਕੋਈ ਲੈਣ ਗਿਆ ਸੀ ਚੀਜ਼, ਉੱਥੇ ਤੱਕ ਜਾਂਦੇ ਭੁੱਲ ਜਾਂਦੇ ਕੀ ਲੈਣ ਗਿਆ ਸੀ, ਮੁੜ ਆਉਂਦਾ ਬੰਦਾ। ਤਾਂ ਕਹਿੰਦੇ ਨਹੀਂ ਵੀ ਇਹ 70 ਕਾ ਮਤ ਹੀ, ਜੋ 70 ਸਾਲ ਦੀ ਉਮਰ ਜਾ ਕੇ ਫਿਰ ਮਤ ਘਟਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਹਾਂ ਕਾ ਵਿਵਹਾਰ ਨਾ ਪਾਵੇ, ਜਦੋਂ 80 ਸਾਲ ਦਾ ਫਿਰ ਕੰਮ ਧੰਦਾ ਨਹੀਂ ਕਰ ਸਕਦਾ ਹੈਗਾ। 90 ਕਾ ਸਹਿਜਾਸਨੀ, ਸਹਿਜਾਸਨੀ ਦੇ ਮੰਜੇ 'ਤੇ ਪੈ ਜਾਣਾ। 90 ਸਾਲ ਦਾ ਜਦ ਹੋ ਜਾਂਦਾ ਫਿਰ ਮੰਜੇ 'ਤੇ ਪੈ ਜਾਂਦਾ ਹੈ, ਫਿਰ ਕੁਝ ਨਹੀਂ ਕਰ ਸਕਦਾ। ਮੂਲ ਨਾ ਜਾਣੇ ਅਪ ਬਲ, ਆਪ ਹੁੰਦਾ ਆਪਣਾ ਬਲ ਮੈਨੇ ਤਾਕਤ, ਉਹਦੇ ਵਿੱਚ ਆਪਣੀ ਤਾਕਤ ਰਹਿੰਦੀ ਹੀ ਨਹੀਂ, ਉਹ ਫਿਰ ਦੂਸਰੇ ਦੇ ਆਸਰੇ ਹੋ ਜਾਂਦਾ। ਮੈਂ ਦੇਖਿਆ ਵੱਡੀ ਉਮਰ ਜਾ ਕੇ ਆਪਣੇ ਬਟਨ ਆਪ ਹੀ ਨਹੀਂ ਲੱਗਦੇ। ਕਮੀਜ਼ ਕਈ ਵਾਰੀ ਕਿਉਂ ਬਾਹਾਂ ਪੂਰੀਆਂ ਕੰਮ ਨਹੀਂ ਕਰਦੇ, ਕਮੀਜ਼ ਨਹੀਂ ਲੈਂਦੀ, ਆਵਾਜ਼ ਮਾਰਦੇ ਮੇਰੀ ਕਮੀਜ਼ ਲੋਹਾਈ ਹੋਏ, ਮੇਰੀ ਕਮੀਜ਼ ਪਾਈ, ਉਹ ਕਾਕਾ ਬੀਬੀ ਆ ਮੇਰੇ ਬਟਨ ਬੰਦ ਕਰੀ, ਬਟਨ ਨਹੀਂ ਬੰਦ ਹੁੰਦੇ। ਤੋ ਆਪਣੀ ਤਾਕਤ ਨਹੀਂ ਬੰਦੇ 'ਚ ਰਹਿੰਦੀ। ਢੰਡੋਲਮ ਢੂੰਡਮ ਡਿੱਠ ਮੈਂ ਕਹਿੰਦਾ ਖੋਜ ਕਰ ਕਰਕੇ ਲੱਭ ਲੱਭ ਕੇ ਦੇਖਿਆ, ਨਾਨਕ ਜਗ ਧੂਏਂ ਕਾ ਧਵਲਹਰ, ਧਵਲਹਰ ਘਰ ਨੂੰ ਕਹਿੰਦੇ। ਇਹ ਸੰਸਾਰ ਤੇ ਧੂਏਂ ਦਾ ਮਕਾਨ ਹੈ। ਜਿਵੇਂ ਧੂਆਂ ਕੁਝ ਸਮੇਂ ਲਈ ਹੋਇਆ ਫਿਰ ਉੱਡ ਜਾਂਦਾ ਹੈ, ਇਹ ਸੰਸਾਰ ਸਦਾ ਰਹਿਣ ਵਾਲਾ ਨਹੀਂ ਹੈ, ਇਹ ਤੇ ਧੂਏਂ ਦਾ ਘਰ ਹੈ। ਪੌੜੀ ਜਿਹੜੀ ਵਾਰ ਹੁੰਦੀ ਹੈ ਉਹ 'ਚ 2 ਤੇ ਆਮ ਤੌਰ 'ਤੇ ਸ਼ਲੋਕ ਹੁੰਦੇ ਨੇ, ਫਿਰ ਪੌੜੀ ਹੁੰਦੀ ਹੈ। ਪੰਚਮ ਪਾਤਸ਼ਾਹ ਤੋਂ ਪਹਿਲਾਂ ਜਿੰਨੀਆਂ ਵਾਰਾਂ ਸਨ ਉਹ ਸਾਰੀਆਂ ਪੌੜੀਆਂ ਹੁੰਦੀਆਂ ਸਨ। ਇਹ ਤਾਂ ਪੰਚਮ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ, ਫਿਰ ਵਾਰਾਂ ਦੇ ਨਾਲ ਅੱਡ ਅੱਡ ਗੁਰੂ ਦੀ ਪੌੜੀਆਂ ਲਾਈਆਂ ਨਾ, ਸ਼ਲੋਕ ਲਾਏ। ਪੌੜੀ ਤੂੰ ਕਰਤਾ ਪੁਰਖ ਅਗੰਮ ਹੈ, ਕਿਉਂਕਿ ਤੂੰ ਆ ਗਿਆ। ਜੋ ਤੂੰ ਜਿਵੇਂ ਤੂੰ ਜਾਂਦਾ ਹੈ, ਤੂੰ ਪੜ੍ਹਦਾ ਹੈ, ਤੂੰ ਰੋਟੀ ਖਾਂਦਾ ਹੈ, ਆਪੇ ਇਸ ਤਰ੍ਹਾਂ ਕਰਨੀ। ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ। ਸ੍ਰਿਸ਼ਟੀ ਹਿੰਦੀ ਦਾ ਸ਼ਬਦ ਹੈ, ਸ੍ਰਿਸ਼ਟ। ਆਪ ਸ੍ਰਿਸ਼ਟ ਉਪਾਤੀ, ਰੰਗ ਪ੍ਰੰਗ ਉਪਾਰਜਨ, ਬਹੁ ਬਹੁ ਵਿਦ ਭਾਂਤੀ। ਇਹਨੂੰ ਭਾਤੀ ਨਹੀਂ ਪੜ੍ਹਨੀ, ਭਾਂਤੀ
ਤੂੰ ਜਾਣੈ ਜਿਨ ਉਪਾਈਐ, ਸਭ ਖੇਲ ਤੁਮਾਤੀ ਇੱਕ ਆਵੇਂ। ਇੱਕ ਦੇ ਤਿੰਨ ਸਰੂਪ ਨੇ ਗੁਰਬਾਣੀ 'ਚ। ਈੜੀ ਨੂੰ ਸਿਆਰੀ ਕੱਕਾ ਇੱਕ, ਇੱਕ ਇਸਤਰੀ ਲਿੰਗ। ਈੜੀ ਨੂੰ ਸਿਆਰੀ ਕੱਕੇ ਨੂੰ ਔਂਕੜ ਇੱਕ, ਇੱਕ ਹੈ ਪੁਲਿੰਗ ਹੈ। ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਇੱਕ, ਇਹ ਬਹੁਵਚਨ ਹੈ ਵੀ ਕਈ। ਇਹ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਦਾ ਮਤਲਬ ਹੈ ਕਈ, ਮੈਨੀ ਜਿਹਨੂੰ ਇੰਗਲਿਸ਼ ਕਹਿੰਦੇ। ਇੱਕ ਆਵੇਂ ਇੱਕ ਜਾਹੇ ਉੱਠ, ਬਿਨ ਨਾਮੈ ਮਰ ਜਾਤੀ। ਗੁਰਮੁਖ ਰੰਗ ਚਿਲੂਲਿਆ, ਰੰਗ ਹਰ ਰੰਗ ਰਾਤੀ। ਸੋ ਸੇਵੋ ਸਤ ਨਿਰੰਜਣੋ, ਹਰ ਪੁਰਖ ਵਿਧਾਤੀ। ਤੂੰ ਆਪੇ ਆਪ ਸੁਜਾਨ ਹੈ, ਵਡ ਪੁਰਖ ਵਡਾਤੀ। ਜੋ ਮਨ ਚਿਤ ਤੁਧ ਧਿਆਇਂਦੇ ਮੇਰੇ ਸੱਚਿਆ। ਜੋ ਮਨ ਚਿਤ ਤੁਧ ਧਿਆਇਂਦੇ ਮੇਰੇ ਸੱਚਿਆ। ਬਲ ਬਲ ਹੋਂ ਤਿਨ ਜਾਤੀ। ਗੁਰੂ ਮਾਇ ਫਰਮਾਨ ਕਰਦੇ ਨੇ, ਤੂੰ ਕਰਤਾ ਪੁਰਖ ਅਗੰਮ ਹੈ। ਕਰਤਾ ਜਿਹੜਾ ਸ੍ਰਿਸ਼ਟੀ ਦੀ ਸਾਜਨਾ ਕਰਦਾ ਹੈ, ਜਿਹੜਾ ਹਰ ਚੀਜ਼ ਨੂੰ ਬਣਾਉਂਦਾ, ਉਹਨੂੰ ਕਹਿੰਦੇ ਕਰਤਾ। ਪੁਰਖ ਇੱਕੋ ਇੱਕ ਪਰਮਾਤਮਾ ਹੈ, ਜਿਹਨੇ ਜੋ ਕੁਝ ਬਣਾਇਆ ਉਹਦੇ ਵਿੱਚ ਹੈ। ਉਹ ਮਿਸਤਰੀ ਮਕਾਨ ਬਣਾਉਂਦਾ ਹੈ, ਮਿਸਤਰੀ ਅੱਡ ਹੈ, ਮਕਾਨ ਅੱਡ ਹੈ। ਮਿਸਤਰੀ ਮਕਾਨ ਦੇ ਵਿੱਚ ਨਹੀਂ ਹੈ, ਉਸ ਨੇ ਬਣਾਇਆ ਤੇ ਖਤਮ। ਪਰ ਪਰਮਾਤਮਾ ਨੇ ਜੋ ਕੁਛ ਵੀ ਬਣਾਇਆ, ਸੂਰਜ ਚੰਨ ਤਾਰੇ ਧਰਤੀ ਆਕਾਸ਼ ਪਤਾਲ, ਜੋ ਕੁਛ ਵੀ ਬਣਾਇਆ ਉਸਨੇ ਉਹਦੇ ਵਿੱਚ ਹੈ। ਇਸ ਲਈ ਉਹਨੂੰ ਕਦੇ ਪੁਰਖ। ਪਰਮਾਤਮਾ ਹੀ ਕਹਿੰਦੇ ਕਣ ਕਣ ਮੇਂ ਭਗਵਾਨ। ਪਹਾੜ ਪਰਮਾਤਮਾ ਨੇ ਬਣਾਇਆ, ਪੱਥਰ ਬਣਾਇਆ, ਪਰਮਾਤਮਾ ਪੱਥਰ ਦੇ ਵਿੱਚ ਵੀ ਹੈ। ਨਹੀਂ ਤੇ ਜੇ ਉਹਦੇ ਵਿੱਚ ਨਾ ਹੁੰਦਾ ਫਿਰ ਪੁਰਖ ਕੀ ਬਣਦਾ? ਉਹ ਪੱਥਰ ਦੇ ਵਿੱਚ ਵੀ ਹੈ। ਸਿਰਫ ਜਿਨ੍ਹਾਂ ਨੂੰ ਜਾਚ ਹੈ ਪੱਥਰ 'ਚੋਂ ਪ੍ਰਗਟ ਕਰਨ ਦੀ, ਉਹ ਪੱਥਰ 'ਚ ਰੱਬ ਨੂੰ ਪ੍ਰਗਟ ਕਰ ਲੈਂਦੇ। ਰੱਬ ਤੇ ਹਰ ਇੱਕ ਥਾਂ 'ਤੇ ਕਿਤੋਂ ਵੀ ਪ੍ਰਗਟ ਕੀਤਾ ਜਾ ਸਕਦਾ ਉਸਨੂੰ। ਉਹਨੂੰ ਹਵਾ ਦੇ ਵਿੱਚੋਂ ਵੀ ਪ੍ਰਗਟ ਕੀਤਾ ਜਾ ਸਕਦਾ, ਕਿਉਂਕਿ ਹਰ ਚੀਜ਼ ਦੇ ਵਿੱਚ ਹੈ। ਅਗੰਮ ਇਹ ਸੰਸਕ੍ਰਿਤ ਦਾ ਸ਼ਬਦ ਹੈ। ਇੱਥੇ ਦੇਖੋ, ਇੱਥੇ ਟਿੱਪੀ ਲਾ ਕੇ ਲਿਖਿਆ ਹੋਇਆ ਹੈ। ਇਹਨੂੰ ਅਗਮ ਨਹੀਂ, ਇਹ ਅਗੰਮ ਹੈ। ਗੰਮ ਸੰਸਕ੍ਰਿਤ ਦਾ ਸ਼ਬਦ ਹੈ। ਗੰਮ ਹੁੰਦਾ ਪਹੁੰਚਣਾ। ਅਗੰਮ ਅਪਹੁੰਚ, ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਤੂੰ ਕਰਤਾ ਪੁਰਖ ਅਗੰਮ ਹੈ। ਇਹ ਪਰਮਾਤਮਾ ਤੂੰ ਕਰਤਾ ਹੈ, ਤੂੰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਪੁਰਖ ਤੂੰ ਆਪਣੀ ਸ੍ਰਿਸ਼ਟੀ ਦੇ ਵਿੱਚ ਬਿਰਾਜਮਾਨ ਹੈ। ਅਗੰਮ ਤੇਰੇ ਤੱਕ ਸਾਡੀਆਂ ਇੰਦਰੀਆਂ ਦੀ ਪਹੁੰਚ ਨਹੀਂ ਹੈ, ਤੇਰੇ ਤੱਕ ਅਸੀਂ ਪਹੁੰਚ ਨਹੀਂ ਸਕਦੇ। ਆਪ ਸ੍ਰਿਸ਼ਟ ਉਪਾਤੀ, ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ। ਉਪਾਤੀ ਪਹਿਲੇ ਪੈਦਾ ਕਰ, ਇਹ ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ। ਕਿਉਂਕਿ ਗੁਰੂ ਨਾਨਕ ਦੇਵ ਜਦੋਂ ਬਗਦਾਦ ਗਏ, ਜੋ ਤਾਂ ਪੀਰ ਦਸਤਗੀਰ ਸੀ ਮੁਸਲਮਾਨ, ਉਹਨੇ ਗੁਰੂ ਨਾਨਕ ਦੇਵ ਨੂੰ ਪੁੱਛਿਆ ਵੀ ਅੱਲਾ ਤੋਂ ਪਹਿਲਾਂ ਕੀ ਸੀ, ਵੀ ਪਰਮਾਤਮਾ ਤੋਂ ਪਹਿਲਾਂ ਕੀ ਸੀ। ਗੁਰੂ ਮਹਾਰਾਜ ਕਹਿੰਦੇ ਤੁਹਾਡੇ ਕੋਲ ਮੋਤੀ ਹੈਗੇ? ਕਹਿੰਦੇ ਹਾਂ ਹੈਗੇ। ਕਹਿੰਦੇ ਲਿਆਓ ਥੋੜ੍ਹੇ ਕੌਲੀ ਜਿਹੇ ਪਲੇਟ 'ਚ ਮੋਤੀ ਪਾ ਕੇ ਲਿਆਓ। ਲੈ, ਕਹਿੰਦੇ ਪੀਰ ਜੀ ਇਹਨੂੰ ਗਿਣੋ। ਉਹ ਕਹਿੰਦਾ 1 2। ਗੁਰੂ ਮਹਾਰਾਜ ਕਹਿੰਦੇ ਨਹੀਂ ਪੀਰ ਜੀ ਠੀਕ ਗਿਣੋ। ਉਹ ਫਿਰ ਕਹਿੰਦਾ 1 2। ਗੁਰੂ ਮਹਾਰਾਜ ਬਾਂਹ ਫੜ ਲਈ। ਕਹਿੰਦੇ ਪੀਰ ਜੀ ਠੀਕ ਗਿਣੋ। ਕਹੇ ਜੀ ਮੈਂ ਠੀਕ ਹੀ ਗਿਣ ਰਿਹਾ। ਕਹੇ ਤੁਸੀਂ ਤਾਂ 1 ਤੋਂ ਗਿਣਨ ਲੱਗੇ ਹੋ, 1 ਤੋਂ ਪਹਿਲਾਂ ਕੀ ਸੀ? ਕਹੇ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ ਹੁੰਦਾ। ਕਹੇ ਬਸ ਫਿਰ ਅੱਲਾ ਤੋਂ ਪਹਿਲਾਂ ਵੀ ਕੁਛ ਨਹੀਂ ਸੀ। ਇਹ ਜੋ ਕੁਛ ਬਣਿਆ ਹੈ ਅੱਲਾ ਤੋਂ ਬਾਅਦ ਹੀ ਬਣਿਆ ਹੋਇਆ ਹੈ। ਇਸ ਲਈ ਅੱਲਾ ਨੇ ਇਹ ਸ੍ਰਿਸ਼ਟੀ ਬਣਾਈ ਹੈ। ਆਪ ਸ੍ਰਿਸ਼ਟ ਉਪਾਤੀ, ਤੇ ਤੂੰ ਪਰਮਾਤਮਾ ਤੋਂ ਆਪ ਹੀ ਸ੍ਰਿਸ਼ਟੀ ਬਣਾਈ ਹੈ। ਰੰਗ ਪਰੰਗ ਉਪਾਰਜਨ, ਬਹੁ ਵਿਧ ਭਾਂਤੀ, ਕਈ ਤਰੀਕਿਆਂ ਦੀ। ਵਿਧ ਵਿਧੀ, ਤਰੀਕੇ, ਭਾਂਤੀ ਭਾਂਤ ਭਾਂਤ, ਕਈ ਤਰੀਕਿਆਂ ਦੀ, ਰੰਗ ਪਰੰਗ ਤੇ ਕਈ ਰੰਗਾਂ ਦੀ ਉਪਾਰਜਨ ਤੂੰ ਇਹ ਸ੍ਰਿਸ਼ਟੀ ਬਣਾਈ ਹੈ।
ਇਹ ਸ੍ਰਿਸ਼ਟੀ, ਇਹ ਜੀਵ ਜਿਹੜੇ ਨੇ ਕਈ ਤਰੀਕਿਆਂ ਦੇ ਅਤੇ ਕਈ ਰੰਗਾਂ ਦੇ ਤੂੰ ਬਣਾਏ ਹਨ। ਤੂੰ ਜਾਣੇ ਜਿਨ ਉਪਾਈਐ, ਜਿਸ ਨੇ ਵੀ ਪੈਦਾ ਕੀਤਾ ਤੂੰ ਜਾਣਦਾ ਹੈ ਵੀ ਤੂੰ ਹੀ ਪੈਦਾ ਕੀਤਾ, ਇਸ ਲਈ ਜੋ ਤੂੰ ਪੈਦਾ ਕੀਤਾ ਉਸ ਨੂੰ ਤੂੰ ਜਾਣਦਾ ਹੈ। ਸਭ ਖੇਲ ਤੁਮਾਤੀ, ਇਹ ਸਾਰਾ ਖੇਲ ਤੁਹਾਡਾ, ਤੁਮਾਤੀ ਮੇਰੇ ਤੁਹਾਡਾ, ਇਹ ਤੁਹਾਡਾ ਸਾਰਾ ਖੇਲ ਹੈ ਜੋ ਤੁਸੀਂ ਇਹ ਸ੍ਰਿਸ਼ਟੀ ਬਣਾਈ ਹੈ। ਇੱਕ ਆਵੇਂ ਇੱਕ ਜਾਹੀਂ ਉੱਠ, ਬਹੁਤ ਸਾਰੇ ਸੰਸਾਰ 'ਚ ਆਉਂਦੇ ਨੇ ਅਤੇ ਬਹੁਤ ਸਾਰੇ ਤੋਂ ਉੱਠ ਕੇ ਚਲੇ ਜਾਂਦੇ, ਮਰ ਜਾਂਦੇ ਨੇ। ਭਾਵ ਬਿਨ ਨਾਮੇ ਮਰ ਜਾਂਦੇ, ਜਿਹੜੇ ਨਾਮ ਨਹੀਂ ਜਪਦੇ ਉਹ ਮਰਦੇ ਨੇ। ਦੇਖੋ ਮਰਨਾ ਤੇ ਸਾਰੇ ਨਹੀਂ ਹੈ, ਰਾਮ ਗਿਆ, ਰਾਵਣ ਗਿਆ, ਫਿਰ ਇੱਥੇ ਕਿਉਂ ਲਿਖਿਆ ਬਿਨ ਨਾਮੇ ਮਰ ਜਾਂਦੀ? ਜਿਹੜੇ ਨਾਮ ਨਹੀਂ ਜਪਦੇ ਉਹ ਜੰਮਣ ਮਰਨ ਦੇ ਚੱਕਰ 'ਚ ਪਏ ਰਹਿੰਦੇ ਨੇ, ਪਰ ਜਿਹੜੇ ਨਾਮ ਜਪ ਕੇ ਜਾਂਦੇ ਨੇ ਉਹਨਾਂ ਦੁਬਾਰਾ ਨਹੀਂ ਜੰਮਣਾ ਪੈਂਦਾ, ਨਾ ਉਹ ਜੰਮਣ ਅਤੇ ਨਾ ਫਿਰ ਉਹ ਮਰਨ। ਇਸ ਲਈ ਜਿਹੜੇ ਨਾਮ ਨਹੀਂ ਜਪਦੇ ਜੰਮਦੇ ਮਰਦੇ, ਜੰਮਦੇ ਮਰਦੇ ਰਹਿੰਦੇ। ਗੁਰਮੁਖ ਰੰਗ ਚਲੂਲਿਆ, ਰੰਗ ਹਰ ਰੰਗ ਰਾਤੇ। ਜਿਹੜਾ ਗੁਰਮੁਖ ਹੁੰਦਾ ਹੈ ਉਸ 'ਤੇ ਗੂੜਾ ਰੰਗ, ਕਾਹਦਾ ਰੰਗ ਚੜ੍ਹਦਾ? ਨਾਮ ਦਾ। ਗੁਰਮੁਖ ਦੇ ਨਾਮ ਦਾ ਗੂੜਾ ਰੰਗ ਚੜ੍ਹਦਾ ਹੈ। ਹਰ ਰੰਗ ਰਾਤੀ, ਉਹ ਹਰੀ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ। ਰੰਗ ਪਿਆਰ ਨੂੰ ਵੀ ਕਹਿੰਦੇ ਨੇ। ਜਿਹੜਾ ਗੁਰਮੁਖ ਹੁੰਦਾ ਹੈ ਉਸ 'ਤੇ ਰੱਬੀ ਪਿਆਰ ਗੂੜਾ ਚੜ੍ਹਦਾ ਹੈ। ਸਾਡੇ ਤਾਂ ਰੱਬੀ ਪਿਆਰ ਪਹਿਲਾਂ ਚੜ੍ਹ, ਉਹਦਾ ਅਸਰ ਹੀ ਨਹੀਂ ਹੁੰਦਾ। ਸਾਡਾ ਰੱਬ ਨਾਲ ਪਿਆਰ ਹੀ ਨਹੀਂ ਅਜੇ ਤੱਕ ਪਿਆ। ਤੁਸੀਂ ਕੋਈ ਜੀ ਨਿਸ਼ਾਨੀ ਕੀ ਹੈ ਵੀ ਫਲਾਣੇ ਦਾ ਪਰਮਾਤਮਾ ਨਾਲ ਪਿਆਰ ਹੈ? ਨਿਸ਼ਾਨੀ ਕੀ ਹੈ? ਫਲਾਣੇ ਦਾ ਗੁਰੂ ਨਾਲ ਪਿਆਰ ਹੈ? ਨਿਸ਼ਾਨੀ ਕੀ ਹੈ? ਇਸ ਪਤਨੀ ਦਾ ਆਪਣੇ ਪਤੀ ਨਾਲ ਪਿਆਰ ਹੈ ਜੀ, ਨਿਸ਼ਾਨੀ ਕੀ ਹੈ? ਨਿਸ਼ਾਨੀ ਹੈ ਜਿਹਦੇ ਨਾਲ ਪਿਆਰ ਹੁੰਦਾ ਨਾ ਬੰਦਾ ਉਸ ਬਿਨਾਂ ਰਹਿ ਹੀ ਨਹੀਂ ਸਕਦਾ, ਬਸ ਇਹ ਨਿਸ਼ਾਨੀ ਹੈ। ਜਿਹੜਾ ਪਿਆਰੇ ਤੋਂ ਬਿਨਾਂ ਰਹਿ ਸਕਦਾ ਹੈ ਇਹਦਾ ਮਤਲਬ ਅਜੇ ਨਹੀਂ ਉਹਦਾ ਪਿਆਰ ਪਿਆ, ਇਹ ਪਿਆਰ ਪਿਆ। ਜਿਹੜਾ ਪਿਆਰਾ ਹੈ ਉਹ ਆਪਣੇ ਪਿਆਰੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕੀਤੇ ਬਿਨਾਂ ਰਹਿ ਹੀ ਨਾ ਸਕੇ, ਪਰਮਾਤਮਾ ਆਪਣੇ ਆਪ ਹੀ ਸਾਨੂੰ ਯਾਦ ਆਉਂਦਾ ਰਹੇ, ਸਮਝੋ ਹੁਣ ਸਾਡਾ ਪਰਮਾਤਮਾ ਨਾਲ ਪਿਆਰ ਪਿਆ ਹੈ। ਇਸ ਲਈ ਕਹਿੰਦੇ ਉਹ ਹਰੀ ਦੇ ਰੰਗ 'ਚ ਰੰਗੇ ਜਾਂਦੇ ਹਨ। ਗੁਰਮੁਖ ਨੂੰ ਰੱਬੀ ਪਿਆਰ ਦਾ ਗੂੜਾ ਰੰਗ ਚਲੂਲਾ, ਗੂੜਾ ਰੰਗ ਚੜ੍ਹਦਾ ਹੈ। ਸੋ ਸੇਵ ਸਤ ਨਿਰੰਜਨੋ, ਹਰ ਪੁਰਖ ਵਿਧਾਤੀ। ਵਿਧਾਤਾ ਉਹਨੂੰ ਕਹਿੰਦੇ ਜਿਹੜਾ ਸਾਡੇ ਕਰਮਾਂ ਦੇ ਅਨੁਸਾਰ ਫਿਰ ਸਾਡਾ ਅਗਲਾ ਜੀਵਨ ਲਿਖਦਾ ਹੈ। ਪਰਮਾਤਮਾ ਕੀ ਹੈ? ਸਾਡੇ ਕਰਮਾਂ ਨੂੰ ਵੇਖਦਾ ਹੈ, ਫਿਰ ਉਹਦੇ ਅਨੁਸਾਰ ਸਾਨੂੰ ਅਗਲਾ ਜੀਵਨ ਦਿੰਦਾ ਹੈ ਅਤੇ ਸਾਡੀ ਕਿਸਮਤ ਲਿਖ ਕੇ ਭੇਜਦਾ ਹੈ। ਸਾਡੀ ਕਿਸਮਤ ਸਾਡੇ ਕਰਮਾਂ ਅਨੁਸਾਰ ਪਰਮਾਤਮਾ ਹੀ ਲਿਖਦਾ ਹੈ, ਪਰ ਉਹਨੇ ਇੱਕ ਵਿਧਾਨ ਬਣਾਇਆ ਕਿ ਮੈਂ ਹੁਣ ਜੇ ਲਿਖ ਦਿੱਤਾ ਨਾ ਉਹ ਮੈਂ ਨਹੀਂ ਹੁਣ ਬਦਲਣਾ। ਜੇ ਤੁਸੀਂ ਮੇਰੀ ਲਿਖਤ ਨਾਲ ਸੰਤੁਸ਼ਟ ਨਹੀਂ ਹੋ, ਤੁਸੀਂ ਆਪਣੀ ਕਿਸਮਤ ਤੋਂ ਦੁਖੀ ਹੋ, ਮੈਂ ਸੰਸਾਰ 'ਚ ਗੁਰੂ ਅਤੇ ਸਾਧੂ ਭੇਜ ਰਿਹਾ, ਉਹ ਮੇਰੀ ਲਿਖਤ ਨੂੰ ਬਦਲ ਸਕਦੇ ਹਨ। ਜੇ ਤੁਸੀਂ ਆਪਣੀ ਕਿਸਮਤ ਬਦਲਾਉਣੀ ਹੈ ਤਾਂ ਉਹਨਾਂ ਕੋਲ ਜਾਓ। ਪਰਮਾਤਮਾ ਨੇ ਬ੍ਰਹਮ ਗਿਆਨੀਆਂ ਨੂੰ ਅਧਿਕਾਰ ਦਿੱਤਾ ਹੋਇਆ ਹੈ ਕਿ ਤੁਸੀਂ ਮੇਰੀ ਲਿਖਤ ਨੂੰ ਬਦਲ ਸਕਦੇ ਹੋ, ਪਰ ਜੋ ਤੁਸੀਂ ਲਿਖ ਦੋਗੇ ਮੈਂ ਉਹਨੂੰ ਨਹੀਂ ਬਦਲਾਂਗਾ। ਪਰਮਾਤਮਾ ਜੋ ਕਰਦਾ ਹੈ ਭਗਤ ਉਸ ਨੂੰ ਬਦਲ ਸਕਦਾ ਹੈ, ਪਰ ਪਰਮਾਤਮਾ ਕਹਿੰਦਾ ਜੋ ਮੇਰਾ ਭਗਤ ਕਹਿ ਦੇਗਾ ਨਾ ਮੈਂ ਉਹਨੂੰ ਨਹੀਂ ਬਦਲਾਂਗਾ। ਇੰਨੀ ਪਿਆਰ 'ਚ ਆ ਕੇ ਇੰਨੀ ਸ਼ਕਤੀ ਆਪਣੇ ਭਗਤ ਨੂੰ ਦਿੱਤੀ ਹੈ ਵੀ ਭਗਤਾ ਮੈਂ ਜੋ ਲਿਖਿਆ ਤੂੰ ਉਸ ਨੂੰ ਬਦਲ ਸਕਦਾ ਹੈ, ਪਰ ਜੋ ਤੂੰ ਕਹਿ ਦੇਗਾ ਉਸ ਨੂੰ ਮੈਂ ਨਹੀਂ ਬਦਲਦਾ। ਜਦੋਂ ਦਰਵਾਸ਼ਾ ਰਿਸ਼ੀ ਜਿਹੜਾ ਕਿ ਕ੍ਰਿਸ਼ਨ ਮਹਾਰਾਜ ਦਾ ਸੇਵਕ ਸੀ, ਦਰਵਾਸ਼ਾ ਰਿਸ਼ੀ ਨੇ ਗੁੱਸੇ 'ਚ ਆ ਕੇ ਕ੍ਰਿਸ਼ਨ ਮਹਾਰਾਜ ਦੇ ਲੜਕੇ ਨੂੰ ਸ਼ਰਾਪ ਦਿੱਤਾ ਕਿ ਤੇਰੇ ਪੇਟ 'ਚ ਉਹ ਪੈਦਾ ਹੋਵੇਗਾ ਤੁਹਾਡੇ ਖਾਨਦਾਨ ਦਾ ਨਾਸ਼ ਕਰੇਗਾ। ਬੱਚੇ ਡਰ ਗਏ, ਕ੍ਰਿਸ਼ਨ ਮਹਾਰਾਜ ਕੋਲ ਗਏ, ਉਹਨਾਂ ਦੇਖਿਆ ਇਹਨਾਂ ਦਾ ਰੰਗ ਉੱਡਿਆ ਹੋਇਆ,
ਕਹਿੰਦੇ ਕੀ ਗੱਲ ਹੋ ਗਈ ਓਏ, ਤੁਹਾਡਾ ਰੰਗ ਉੱਡਿਆ? ਕਹਿੰਦੇ ਯਾ ਗੋਲੀ। ਉਹ ਕਦੇ ਮੂਰਖੋ, ਮੈਂ ਨਾ ਤਾਂ 3 ਦਿਨ ਹੋ ਗਏ ਉਹਦੇ ਚਰਨ ਧੋ ਕੇ ਪੀ ਰਿਹਾ, ਉਹਨੂੰ ਮੈਂ ਲੰਗਰ ਛਕਾ ਰਿਹਾ, ਤੁਸੀਂ ਅਸੀਸ ਦੀ ਥਾਂ 'ਤੇ ਵੱਧ ਅਸੀਸ ਲੈ ਕੇ ਆ ਗਏ ਹੋ। ਕਹਿ ਜੀ ਉਹ ਤਾਂ ਤੁਹਾਡਾ ਸੇਵਕ ਹੈ ਜੀ, ਤੁਸੀਂ ਤੋਂ ਤਾਂ ਵੱਡੇ ਹੋ ਜੀ, ਤੁਸੀਂ ਉਹਦੇ ਸ਼ਰਾਬ ਨੂੰ ਬਦਲ ਦਿਓ ਜੀ। ਕਹਿੰਦੇ ਮੈਂ ਹੀ ਤਾਂ ਕਾਨੂੰਨ ਬਣਾਇਆ ਕਿ ਮੈਂ ਜੇ ਕਿਸੇ ਨੂੰ ਸ਼ਰਾਬ ਦੇਦਾ ਤਾਂ ਮੇਰਾ ਸੇਵਕ ਬਦਲ ਸਕਦਾ ਹੈ, ਪਰ ਮੈਂ ਆਪਣੇ ਸੇਵਕ ਦੀ ਗੱਲ ਨੂੰ ਨਹੀਂ ਬਦਲ ਸਕਦਾ। ਹੁਣ ਖਾਨਦਾਨ ਦਾ ਨਾਸ ਹੋਏਗਾ ਹੀ ਹੋਏਗਾ, ਤੇ ਹੋ ਗਿਆ ਸਰ, ਤੇ ਹੋ ਗਿਆ। ਸੋ ਇਸ ਲਈ ਅਗਰ ਅਸੀਂ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ ਹਾਂ ਤਾਂ ਹੁਣ ਸਾਡਾ ਗੁਰੂ ਕੌਣ ਹੈ? ਇਹ ਬਾਣੀ। ਬਾਣੀ ਸਾਡਾ ਗੁਰੂ ਹੈ। ਅਸੀਂ ਬਾਣੀ ਪੜ੍ਹ ਕੇ, ਨਾਮ ਜਪ ਕੇ ਆਪਣੀ ਕਿਸਮਤ ਨੂੰ ਬਦਲ ਸਕਦੇ ਹਾਂ। ਅਸੀਂ ਆਪਣੇ ਜੋ ਸਾਡੀ ਕਿਸਮਤ ਲਿਖੀ ਹੈ ਉਸ ਨੂੰ ਅਸੀਂ ਬਦਲ ਸਕਦੇ ਹਾਂ, ਕਿਉਂਕਿ ਬਾਣੀ ਗੁਰੂ ਹੋਣ ਕਰਕੇ ਇਹ ਸਾਡੀ ਕਿਸਮਤ ਨੂੰ ਬਦਲ ਸਕਦੀ ਹੈ। ਸੋ ਇਸ ਲਈ ਰੋਈ ਪਿੱਟੀ ਜਾਣ ਨਾਲ ਕੁਛ ਨਹੀਂ ਹੋਏਗਾ। ਆਪਣੀ ਕਿਸਮਤ 'ਤੇ ਰੋਣ ਪਿੱਟਣ ਨਾਲ ਕੁਛ ਨਹੀਂ ਹੋਏਗਾ। ਗੁਰਬਾਣੀ ਕਹਿੰਦੇ ਤੁਸੀਂ ਬਾਣੀ ਪੜ੍ਹੋ, ਨਾਮ ਜਪੋ, ਜਿਨ੍ਹਾਂ ਕਰਮਾਂ ਕਾਰਨ ਤੁਹਾਡੀ ਬਦਕਿਸਮਤੀ ਲਿਖੀ ਗਈ ਹੈ ਉਹ ਕਰਮ ਹੀ ਕੱਟ ਜਾਣਗੇ। ਜਦੋਂ ਕਰਮ ਕੱਟ ਗਿਆ ਤਾਂ ਜਿਹੜੀ ਉਹਦੀ ਸਜ਼ਾ ਮਿਲਣੀ ਸੀ ਉਹ ਆਪਣੇ ਆਪ ਹੀ ਖਤਮ ਹੋ ਗਈ। ਸੋ ਇਸ ਲਈ ਇਹਦੇ ਮਗਰ ਲੌਜਿਕ ਹੈ। ਐਵੇਂ ਨਹੀਂ ਅਸੀਂ ਬਾਣੀ ਸਿਖਾਉਂਦੇ ਵੀ ਬਾਣੀ ਸਿਖਾਵਾਂਗੇ, ਤੁਹਾਨੂੰ ਬਾਣੀ ਪੜ੍ਹਨੀ ਆਏਗੀ ਤਾਂ ਹੀ ਤੁਸੀਂ ਆਪਣੀ ਕਿਸਮਤ ਬਦਲੋਗੇ ਨਾ। ਅਤੇ ਜੇ ਬਾਣੀ ਨਹੀਂ ਪੜ੍ਹਨੀ ਆਉਂਦੀ ਤਾਂ ਬੰਦਾ ਕਿਵੇਂ? ਕਈ ਆ ਜੀ ਮੇਰੇ ਕੋਲ ਬੀਬੀ, ਮੈਂ ਜੀ ਇਹ ਪਾਠ ਕਰੋ, ਕਹਿੰਦੇ ਤਾਂ ਸਾਨੂੰ ਆਉਂਦਾ ਹੀ ਨਹੀਂ ਹੈ ਜੀ। ਮੈਂ ਘਰ ਦਾ ਕੋਈ ਜੀ ਕਹਿੰਦੇ ਨਾ ਜੀ ਅਨਪੜ੍ਹ ਟੋਲਾ ਹੈ ਜੀ, ਫਿਰ ਕਿੰਨਾ ਔਖਾ ਹੈ। ਕੋਈ ਹੋਰ ਦੇ ਦਿਓ ਜੀ। ਹੁਣ ਹੁਕਮ ਤਾਂ ਮੰਨ ਲਓ ਸੁਖਮਨੀ ਸਾਹਿਬ ਦਾ ਆਇਆ ਵੀ ਤੁਹਾਡੀ ਕਿਸਮਤ ਸੁਖਮਨੀ ਸਾਹਿਬ ਦੇ ਪਾਠ ਨਾਲ ਬਦਲੇਗੀ, ਉਹ ਆਉਂਦਾ ਨਹੀਂ ਹੈ, ਹੋਰ ਕੋਈ ਦੇ ਦਿਓ ਜੀ। ਚਲੋ ਠੀਕ ਹੈ, ਫਿਰ ਉਹ ਕੋਈ ਹੋਰ ਦੇ ਦਿਆ ਵੀ ਚੱਲ ਮੂਲ ਮੰਤਰ ਆਉਂਦਾ ਹੈ ਜੀ, ਉਹ ਜਿਹਨੂੰ ਪਹਿਲੀ ਪੜ੍ਹੀ ਕਹਿੰਦੇ ਮੈਂ ਹਾਂ ਜੀ, ਮੈਂ ਚਲੋ ਉਹ ਕਰ ਲਓ ਜੀ, ਹੋਰ ਕੇ ਕੁਛ ਤਾਂ ਕਰੋ, ਕੁਛ ਤਾਂ ਤੁਸੀਂ ਕਰੋ। ਸੋ ਇਸ ਲਈ ਇਹ ਬਾਣੀ ਆਉਣੀ ਵੀ ਜ਼ਰੂਰੀ ਹੈ। ਮੈਨੂੰ ਤਾਂ ਅਫਸੋਸ ਹੈ ਕਿ ਕਈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਹੀ ਨਹੀਂ ਦਿੰਦੇ, ਕਿ ਜਾਂ ਹਿੰਦੀ ਬੋਲੋ ਜਾਂ ਅੰਗਰੇਜ਼ੀ ਬੋਲੋ। ਸਕੂਲ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਹੈ, ਸਕੂਲ ਖਾਲਸਾ ਸਕੂਲ ਹੈ, ਉੱਥੇ ਜਿਹੜਾ ਪੰਜਾਬੀ ਬੋਲਦੇ ਉਹਨੂੰ ਸਜ਼ਾ ਦਿੰਦੇ ਨੇ। ਫਿਰ ਬੱਚੇ ਨੂੰ ਪੰਜਾਬੀ ਕਿੱਥੋਂ ਆਵੇਗੀ? ਬਈ ਮਾਂ ਪਿਓ ਨੂੰ ਮੈਂ ਕਿੰਨਿਆਂ ਨੂੰ ਹਿੰਦੀ ਬੋਲਦੇ ਦੇਖਿਆ ਆਪਣੇ ਬੱਚਿਆਂ ਨੂੰ। ਮੈਂ ਸਕੂਲੇ ਵੀ ਪੰਜਾਬੀ ਨਹੀਂ ਬੋਲਣ ਦਿੰਦੇ, ਘਰ ਵੀ ਤੁਸੀਂ ਬੱਚੇ ਨਾਲ ਪੰਜਾਬੀ ਨਹੀਂ ਬੋਲਦੇ। ਕੱਲ੍ਹ ਨੂੰ ਪੰਜਾਬੀ, ਜਿਹਨੂੰ ਪੰਜਾਬੀ ਨਹੀਂ ਹੈ ਤਾਂ ਬਾਣੀ ਕਿੱਥੋਂ ਪੜ੍ਹੇਗਾ ਇਹ? ਜਦੋਂ ਇਹਨੂੰ ਪੰਜਾਬੀ ਬੋਲਣੀ ਨਹੀਂ ਆਵੇਗਾ ਤਾਂ ਬਾਣੀ ਕੱਲ੍ਹ ਨੂੰ ਕਿੱਥੋਂ ਪੜ੍ਹੇਗਾ? ਤੁਸੀਂ ਇਹਨੂੰ ਆਪਣੇ ਧਰਮ ਨਾਲ ਹੀ ਤੋੜ ਦਿਓਗੇ। ਇਹੋ ਜਿਹੇ ਸਕੂਲਾਂ ਨੂੰ ਸਿਰ 'ਚ ਮਾਰਨਾ, ਇਹੋ ਜਿਹੇ ਸਕੂਲਾਂ ਨੂੰ ਸਿਰ 'ਚ ਮਾਰਨਾ ਜਿਹੜਾ ਤੁਹਾਨੂੰ ਆਪਣੀ ਜ਼ੁਬਾਨ ਨਾਲੋਂ ਹੀ ਤੋੜ ਰਿਹਾ ਹੈ। ਮਾਤ ਭਾਸ਼ਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਜੇ ਅਸੀਂ ਆਪਣੇ ਬੱਚਿਆਂ ਨਾਲ ਘਰ ਵੀ ਹਿੰਦੀ ਬੋਲੀਏ ਜਾਂ ਅੰਗਰੇਜ਼ੀ ਬੋਲੀਏ ਅਤੇ ਸਕੂਲ ਵਾਲੇ ਵੀ ਹਿੰਦੀ ਜਾਂ ਅੰਗਰੇਜ਼ੀ ਬੋਲੀਏ ਤਾਂ ਬੱਚੇ ਨੂੰ ਫਿਰ ਪੰਜਾਬੀ ਕਿੱਥੋਂ ਆਵੇਗੀ? ਸਾਡੇ ਨਾਲ ਤਾਂ ਬਾਹਰਲੇ ਦੇਸ਼ਾਂ ਜਿਹੜੇ ਸਿੱਖ ਕੌਮ ਗਈ ਹੈ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਪੰਜਾਬੀ ਪੜ੍ਹਾਉਂਦੇ ਨੇ। ਉੱਥੇ ਗੁਰਦੁਆਰੇ 'ਚ ਵੀ ਪ੍ਰਬੰਧ ਕੀਤਾ, ਚਲੋ ਸਕੂਲਾਂ 'ਚ ਤਾਂ ਨਹੀਂ, ਇੰਗਲਿਸ਼ ਮੀਡੀਅਮ ਹੈ ਹੀ, ਉਹ ਤਾਂ ਫੋਰਨ ਕੰਟਰੀ ਦੇ, ਉਹਨਾਂ ਨੂੰ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ। ਉੱਥੇ ਗੁਰਦੁਆਰੇ ਵਾਲੇ ਨੇ ਪ੍ਰਬੰਧ ਕੀਤਾ ਹੈ ਬੱਚਿਆਂ ਨੂੰ ਜਿਹੜੇ ਗੁਰਮੁਖੀ ਸਿਖਾਉਂਦੇ ਨੇ ਵੀ ਇਹਨੂੰ ਪੰਜਾਬੀ ਆਵੇਗੀ ਤਾਂ ਹੀ ਅੱਗੇ ਬਾਣੀ ਪੜ੍ਹਨਗੇ ਨਾ। ਇਸ ਲਈ ਘਰ ਬੱਚਿਆਂ ਨਾਲ ਪੰਜਾਬੀ 'ਚ ਗੱਲਬਾਤ ਕਰੀਦੀ। ਜੇ ਸਕੂਲਾਂ 'ਚ ਪ੍ਰਬੰਧ ਨਹੀਂ ਪੰਜਾਬੀ ਦੇ, ਘਰ 'ਚ ਬੱਚਿਆਂ ਨੂੰ ਆਪ ਪੜ੍ਹਾਓ, ਆਪ ਪੜ੍ਹਾ ਲੈਣਾ ਚਾਹੀਦਾ। ਇਹ 'ਚ ਕਿਹੜੀ ਗੱਲ ਹੈ? ਸੋ ਗੁਰੂ ਮਹਾਰਾਜ ਕਹਿੰਦੇ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਦਾਤੇ। ਉਹ ਪਰਮਾਤਮਾ ਜੋ ਸਭ ਦੇ ਵਿੱਚ ਬਿਰਾਜਮਾਨ ਹੈ, ਜੋ ਸਾਡੀਆਂ ਕਿਸਮਤਾਂ ਲਿਖਣ ਵਾਲਾ ਵਿਦਾਤਾ ਹੈ, ਸੋ ਸੇਵੋ, ਉਹਦਾ ਸਿਮਰਨ ਕਰੋ। ਸਤ ਨਿਰੰਜਨ, ਜੋ ਸਦਾ ਰਹਿਣ ਵਾਲਾ ਹੈ। ਨਿਰੰਜਨ ਹੁੰਦਾ ਜੋ ਮਾਇਆ ਤੋਂ ਨਿਰਲੇਪ ਹੈ। ਉਹ ਪਰਮਾਤਮਾ ਜੋ ਮਾਇਆ ਤੋਂ ਨਿਰਲੇਪ ਹੈ, ਜੋ ਸਤ ਹੈ, ਜੋ ਪੁਰਖ ਹੈ, ਜੋ ਵਿਧਾਤਾ ਹੈ, ਕਹਿੰਦਾ ਉਹਦਾ ਸਿਮਰਨ ਕਰੋ। ਤੂੰ ਆਪੇ ਆਪ ਸੁਜਾਨ ਹੈ, ਵਡ ਪੁਰਖ ਵਡਾਤੀ। ਹੇ ਪਰਮਾਤਮਾ ਤੂੰ ਤੇ ਸੁਜਾਨ ਹੈ,
ਸੁਜਾਨ ਦਾ ਜਾਣੀ ਜਾਣ। ਤੂੰ ਤਾਂ ਸਿਆਣਾ ਹੈ, ਤੂੰ ਤੇ ਸਿਆਣਾ ਹੈ, ਵੱਡ ਪੁਰਖ ਹੈ, ਤੂੰ ਤੇ ਮਹਾਂਪੁਰਖ ਹੈ, ਵਡਾਤੀ ਹੈ, ਤੂੰ ਤੇ ਬਹੁਤ ਵੱਡਾ ਹੈ। ਤੇਰੇ ਜਿੰਨਾ ਵੱਡਾ ਹੋਰ ਕੋਈ ਹੈ ਹੀ ਨਹੀਂ ਹੈ, ਤੇ ਤੇਰੇ ਜਿੰਨਾ ਸੁਜਾਨ ਹੋਰ ਕੋਈ ਹੈ ਹੀ ਨਹੀਂ ਹੈ। ਜੋ ਮਨ ਚਿਤ ਤੁਧ ਧਿਆਇਂਦੇ ਮੇਰੇ ਸੱਚੇ, ਹੇ ਮੇਰੇ ਸੱਚੇ ਪਰਮਾਤਮਾ, ਜਿਹੜੇ ਮਨ ਕਰਕੇ ਚਿੱਤ ਕਰਕੇ ਤੈਨੂੰ ਧਿਆਉਂਦੇ ਨੇ। ਇੱਕ ਹੁੰਦਾ ਮਨ ਨਹੀਂ ਮੰਨ ਰਿਹਾ, ਮੰਨ ਲਓ ਮੈਂ ਕਿਸੇ ਨੂੰ ਚਲੀਹਾ ਦਿੱਤਾ, ਆਹ ਪਾਠ ਕਰੋ, ਉਹਦਾ ਮਨ ਮੰਨ ਨਹੀਂ ਰਿਹਾ, ਪਰ ਉਹ ਫਸਿਆ ਹੋਇਆ ਕਰ ਰਿਹਾ ਹੈ, ਉਹਨੂੰ ਫਲ ਨਹੀਂ ਉਹਨਾਂ ਮਿਲਿਆ ਕਰ। ਜੇ ਅਸੀਂ ਚਾਹੁੰਦੇ ਹਾਂ ਨਾਮ ਜਪੇ ਦਾ, ਬਾਣੀ ਪੜ੍ਹੇ ਦਾ ਸਾਨੂੰ ਫਲ ਵੱਧ ਤੋਂ ਵੱਧ ਮਿਲੇ, ਤਾਂ ਫਿਰ ਸਾਡੀ ਰੁਚੀ ਵੀ ਉਸ 'ਚ ਹੋਣੀ ਚਾਹੀਦੀ। ਇਹ ਨਹੀਂ ਕਿ ਅੱਖਾਂ ਦੇਖ ਰਹੀਆਂ ਨੇ ਬਾਣੀ ਨੂੰ, ਮੂੰਹ ਬੋਲੀ ਜਾ ਰਿਹਾ ਹੈ ਅਤੇ ਮਨ ਕਿਤੇ ਹੋਰ ਗਿਆ ਹੋਇਆ ਹੈ, ਫਿਰ ਉਹਦਾ ਫਲ ਨਹੀਂ ਪੂਰਾ ਮਿਲਿਆ ਕਰਦਾ। ਠੀਕ ਹੈ, ਅੱਖਾਂ ਗੁਰੂ ਦੇ ਦਰਸ਼ਨ ਕਰ ਰਹੀਆਂ ਨੇ, ਅੱਖਾਂ ਪਵਿੱਤਰ ਹੋ ਰਹੀਆਂ ਨੇ, ਮੁੱਖ ਬਾਣੀ ਬੋਲ ਰਿਹਾ ਹੈ, ਮੁੱਖ ਪਵਿੱਤਰ ਹੋ ਰਿਹਾ ਹੈ, ਪਰ ਗੱਲ ਤਾਂ ਮਨ ਨੂੰ ਪਵਿੱਤਰ ਕਰਨ ਦੀ ਹੈ, ਅਤੇ ਮਨ ਉਸ ਬਾਣੀ ਨੂੰ ਸੁਣ ਹੀ ਨਹੀਂ ਰਿਹਾ। ਮਨ ਕਿਤੇ ਆਪਣੇ ਸਮੋਸੇ ਖਾਣ ਬਾਜ਼ਾਰ 'ਚ ਗਿਆ ਹੋਇਆ, ਇਸ ਲਈ ਫਿਰ ਗੱਲ ਬਣਦੀ ਨਹੀਂ। ਜੋ ਮਨ ਚਿੱਤ ਤੁਧ ਧਿਆਇਂਦੇ ਮੇਰੇ ਸੱਚਿਆ, ਹੇ ਮੇਰੇ ਸੱਚੇ ਪਰਮਾਤਮਾ, ਜਿਹੜੇ ਮਨ ਅਤੇ ਚਿੱਤ ਕਰਕੇ ਤੈਨੂੰ ਧਿਆਉਂਦੇ ਹਨ, ਬਲ ਬਲ ਹੋਂ ਤਿਨ ਜਾਤੀ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਮੈਂ ਉਹਨਾਂ ਤੋਂ ਸਦਕੇ ਜਾਂਦਾ, ਮੈਂ ਉਹਨਾਂ ਤੋਂ ਵਾਰੇ ਜਾਂਦਾ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਅੱਗੇ ਕਹਿੰਦੇ ਸ਼ਲੋਕ ਮਹਿਲਾ ਪਹਿਲਾ। ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀਂ ਖਖਰ ਵੈਰੀ ਬਿੰਦੀ, ਅੱਖੀਂ ਹੁੰਦਾ ਅੱਖਾਂ ਨਾਲ, ਅੱਖੀਂ ਦੇਖੈ ਜਿਹਵਾ ਬੋਲੇ, ਕੰਨੀ ਨੰਨਣ ਬਿਹਾਰੀ ਬਿੰਦੀ। ਬਿੰਦੀ ਤਾਂ ਬੜੀ ਜਿਹੜੀ ਕੰਨੀ ਹੁੰਦੀ ਆ, ਉਹਦੇ ਕੱਪੜੇ ਦੇ ਅਖੀਰਲਾ ਲੜ ਹੁੰਦਾ ਵੀ ਆ ਕੰਨੀ ਫੜ, ਪੱਗ ਦੀ ਕੰਨੀ ਫੜੀ, ਚੀਜ਼ ਦੀ ਕੰਨੀ ਫੜ। ਨੰਨ ਜਾਂ ਬਿੰਦੀ ਲਾਣੇ ਕੰਨੀ, ਕੰਨਾਂ ਨਾਲ। ਇਹ ਜਦੋਂ ਲਿਖਣਾ ਹੁੰਦਾ ਨਾ, ਬੋਲਣ ਤੇ ਕੰਨੀ ਕੰਨੀ ਇੱਕੋ ਹੀ ਗੱਲ ਲੱਗ ਰਹੀ ਹੈ, ਬੋਲਣ ਦੀ ਇੱਕੋ ਲੱਗ ਰਹੀ ਹੈ। ਜੋ 9ਵੀਂ 10ਵੀਂ ਪੜ੍ਹਦੇ ਸੀ ਉਹਦੇ ਲਿਖਦੇ ਬਈ ਵਾਕ ਬਣਾ ਕੇ ਅਰਥ ਸਮਝਾਓ, ਕੰਨੀ ਅਤੇ ਨੰਨਣ ਪਿਆਰੀ ਬਿੰਦੀ ਲਾ ਕੇ ਕੰਨੀ, ਦੋ ਲਿਖੇ ਨੇ। ਵਾਕ ਬਣਾਓ ਵੀ ਕੀ ਵਾਕੇ ਤੋਂ ਉਹਨਾਂ ਦਾ ਮੀਨਿੰਗ ਆਉਂਦਾ। ਇੱਕ ਤਾਂ ਬਣਾਉਣਾ, ਰਾਮ ਨੇ ਮੈਨੂੰ ਆਪਣੀ ਪੱਗ ਦੀ ਕੰਨੀ ਫੜਾਈ, ਵੀ ਮੈਂ ਪੂਰੀ ਕੰਨੀ ਫੜੀ ਜਾਣਾ, ਕੰਨੀ ਮੈਂ ਇਹ ਗੱਲ ਆਪਣੀ ਕੰਨੀ ਸੁਣੀ ਹੈ। ਫਿਰ ਟੀਚਰ ਪਤਾ ਲੱਗੇ ਹਾਂ ਇਹਨੂੰ ਦੋਨੋਂ ਅਰਥ ਆਉਂਦੇ ਨੇ, ਵੀ ਇਹਨੂੰ ਵਾਕਈ ਅਰਥ ਆਉਂਦੇ ਨੇ। ਹਾਂ ਉਂਝ ਬੋਲਣ ਦਾ ਕੰਨੀ ਕੰਨੀ ਬੋਲਾਂ, ਪਰ ਦੋਨੋਂ ਵਾਰੀ ਕੰਨੀ ਬੋਲਾਂਗੇ ਕਿ ਨੰਨਾ ਹਮੇਸ਼ਾ ਨੱਕ ਨਹੀਂ ਬੋਲਿਆ ਜਾਂਦਾ ਹੈ। ਗੰਗਾ ਜਈਆਂ ਅਣਾਣਾ ਨੰਨਾ ਮੰਮਾ, ਇਹ 5 ਅੱਖਰ ਨੇ ਜਿਹੜੇ ਅਨੁਨਾਸਿਕ ਅੱਖਰ ਨੇ, ਜਿਹੜੇ ਨੱਕ ਨਹੀਂ ਬੋਲੇ ਜਾਂਦੇ। ਸੋ ਜਦੋਂ ਲਿਖਣਾ ਹੋਊਗਾ ਫਿਰ ਸਾਨੂੰ ਜਿਹੜਾ ਹੈ ਨੰਨਣ ਬਿਹਾਰੀ ਬਿੰਦੀ ਅੱਜ ਦੀ ਪੰਜਾਬੀ ਲਾ ਕੇ ਲਿਖਣਾ ਪਿਆ, ਕੰਨੀ ਕੰਨਾਂ ਨਾਲ। ਅੱਖੀਂ ਦੇਖੈ ਜਿਹਵਾ ਬੋਲੇ, ਕੰਨੀ ਸੁਰਤ ਸਮਾਏ, ਪੈਰੀ ਰਾਰਣ ਬਿਹਾਰੀ ਬਿੰਦੀ, ਪੈਰੀ ਚੱਲੇ ਹੱਥੀਂ, ਹਾਹ ਤੇ ਥੱਥੇ ਨੂੰ ਬਿਹਾਰੀ ਬਿੰਦੀ। ਬਿਨਾਂ ਬਿੰਦੀ ਤਾਂ ਹੱਥੀ ਹੋ ਜਾਏਗਾ। ਇਹ ਜਿਵੇਂ ਆਪਾਂ ਕਹਿੰਦੇ ਜੀ ਇਹ ਪੰਪ ਦੀ ਹੱਥੀ ਹੈ, ਹੈਂਡਲ ਜਿਹਨੂੰ ਕਹਿੰਦੇ, ਹੱਥੀਂ ਹੱਥਾਂ ਨਾਲ। ਪੈਰੀ ਚੱਲੇ ਹੱਥੀਂ ਕਰਨਾ, ਦਿੱਤਾ ਪਹਿਨੇ ਖਾਏ, ਪਹਿਨੇ ਨੰਨੇ ਪੈਰ 'ਚ ਹਾਹਾ ਲਾ ਕੇ ਬੋਲਣਾ, ਪਹਿਨੇ ਖਾਏ। ਜਿਨ ਰਚ ਰਚਿਆ ਤਿਸੈ ਨਾ ਜਾਣੇ, ਅੰਧਾ ਅੰਧ ਕਮਾਏ, ਜਾਂ ਭੱਜੈ। ਪਾਕਿਸਤਾਨੀ ਸ਼ਬਦ ਹੈ ਭੱਜੈ, ਹੁੰਦਾ ਟੁੱਟਣਾ। ਜਦੋਂ ਅਸੀਂ ਇੱਧਰ ਮਾਲ ਵਿੱਚ ਆਏ, ਕਹਿਣਾ ਘੜਾ ਭੱਜ ਗਿਆ, ਦੂਜੇ ਮੁੰਡੇ ਹੱਸਦੇ ਕਹਿਣਾ ਕਿੱਧਰ ਨੂੰ ਭੱਜ ਗਿਆ, ਕਿੱਧਰ ਨੂੰ ਭੱਜ ਗਿਆ। ਉਹ ਵੀ ਅਰਥ ਉਹਨਾਂ ਦੀ ਗੱਲ ਵੀ ਠੀਕ ਸੀ। ਪਾਕਿਸਤਾਨ ਕਹਿੰਦੇ ਕੁੱਜਾ ਭੱਜ ਗਿਆ, ਘੜਾ ਭੱਜ ਗਿਆ ਵੀ ਟੁੱਟ ਗਿਆ। ਇੱਧਰ ਕਹਿੰਦੇ ਘੜਾ ਟੁੱਟ ਗਿਆ ਹੈ ਤਾਂ ਜ਼ਿਆਦਾ ਠੀਕ। ਹੁਣ ਕਈ ਵਾਰ ਸਾਨੂੰ ਮਾਹੌਲ ਕਰਨਾ, ਅੱਛਾ ਘੜਾ ਭੱਜ ਗਿਆ, ਕਿੱਧਰ ਨੂੰ ਭੱਜ ਗਿਆ। ਫਿਰ ਬਾਪੂ ਨੇ ਕਿਹਾ ਵੀ ਐਂ ਕਹਿੰਦੇ ਨੇ, ਕਹਿੰਦੇ ਪੁੱਤਾ ਉੱਧਰ ਇਹ ਕਹਿੰਦੇ ਸੀ, ਅੱਜ ਤਾਂ ਇੱਧਰ ਟੁੱਟ ਗਿਆ। ਕਹਿੰਦੇ ਹੌਲੀ ਹੌਲੀ ਤੁਹਾਡੀ ਜ਼ੁਬਾਨ 'ਤੇ ਇੱਧਰਲੇ ਸ਼ਬਦ ਚੜ੍ਹ ਜਾਣਗੇ, ਫਿਰ ਠੀਕ।
ਜੇ ਉੱਧਰੋਂ ਆਏ ਟੀਚਰ ਕਹਿੰਦਾ ਵੀ ਗਿਣਤੀ ਸੁਣਾਓ, ਮੈਂ ਕਿਹਾ ਜੀ 1 2 3, ਮੁੰਡੇ ਹੱਸ ਪਏ। ਟੀਚਰ ਨੂੰ ਪਤਾ ਸੀ, ਕਹਿੰਦਾ ਓਏ ਹੱਸਣਾ ਨਹੀਂ ਹੈ, ਪਾਕਿਸਤਾਨ 3 ਨੂੰ 3 ਕਹਿੰਦੇ ਸੀ, ਇੱਧਰ 3 ਕਹਿੰਦੇ ਨੇ। ਮੁੰਡਾ ਠੀਕ ਸੁਣਾ ਰਿਹਾ, ਉੱਧਰ 3 ਹੀ ਕਹਿੰਦੇ ਸੀ। ਅਤੇ ਗੁਰਬਾਣੀ 3 ਸ਼ਬਦ ਕਈ ਵਾਰ ਆਇਆ ਹੈ, 3 ਘੱਟ ਹੈ, 3 ਕਈ ਵਾਰ ਆਇਆ ਹੈ। ਸੋ ਅੱਡ ਅੱਡ ਥਾਵਾਂ ਦੇ ਅੱਡ ਅੱਡ ਜਿਹੜੇ ਨੇ ਉਚਾਰਨ ਹੁੰਦੇ ਨੇ। ਜਾਂ ਭੱਜੈ ਤਾਂ ਠੀਕਰ ਹੋਵੇ, ਘਾੜ ਤੇ ਘੜੀ ਨਾ ਜਾਏ, ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਇਹ ਖਿਆਲ ਰੱਖਣਾ, ਪਹਿਲੇ ਪਤ 'ਤੇ ਰੁਕਣਾ। ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਗੁਰੂ ਮਹਾਰਾਜ ਕਹਿੰਦੇ, ਸ਼ਲੋਕ ਮਹਿਲਾ ਪਹਿਲਾ, ਜੀਓ ਪਾਏ, ਜੀਓ ਜਿੰਦ ਨੂੰ ਕਹਿੰਦੇ ਨੇ, ਜੀਓ ਪਾਏ ਤਨ ਸੱਚ। ਪਰਮਾਤਮਾ ਨੇ ਸਰੀਰ 'ਚ ਜਿੰਦ ਪਾ ਕੇ ਨਾ ਫਿਰ ਇਹਨੂੰ ਬਣਾਇਆ, ਰੱਖਿਆ, ਬਣਤ ਬਣਾਇਆ, ਇਹਦੀ ਵਧੀਆ ਬਣਤਰ ਬਣਾਤੀ ਹੈ। 2 ਅੱਖਾਂ ਲਾਤੀਆਂ, ਨੱਕ ਲਾਤਾ, ਮੂੰਹ ਲਾਤਾ, ਦੋਨੋਂ ਬਾਹਾਂ ਲਾਤੇ, ਦੋਨੋਂ ਲੱਤਾਂ ਲਾਤੀਆਂ। ਜੇ ਕਦੀ ਵੱਧ ਘੱਟ ਲਾਤੇ ਫਿਰ ਸੋਹਣਾ ਨਹੀਂ ਲੱਗਦਾ। ਪਰਮਾਤਮਾ ਨੇ ਇਸ ਸਰੀਰ 'ਚ ਜਿੰਦ ਪਾ ਕੇ ਇਹਦੀ ਸੋਹਣੀ ਬਣਤਰ ਬਣਾਈ ਹੈ। ਇਹ ਫਿਰ ਜੀਵ ਕੀ ਕਰਦਾ ਹੈ? ਅੱਖੀਂ ਦੇਖੇ, ਅੱਖਾਂ ਨਾਲ ਦੇਖਦਾ ਹੈ। ਜਿਹਵਾ ਬੋਲੇ, ਜੀਭ ਨਾਲ ਬੋਲਦਾ ਹੈ। ਕੰਨੀ ਸੁਰਤ ਸਮਾਏ, ਅਤੇ ਕੰਨਾਂ ਦੇ ਨਾਲ ਦੂਜੇ ਦੀ ਗੱਲ ਨੂੰ ਸੁਣਦਾ, ਕੰਨਾਂ ਦੇ ਨਾਲ ਦੂਜੇ ਦੀ ਗੱਲ ਨੂੰ ਸੁਣਦਾ ਹੈ। ਖਿਆਲ ਰੱਖਣਾ, ਕੰਨ ਨਹੀਂ ਗੱਲ ਸੁਣਦੇ, ਕੰਨ ਨਹੀਂ ਸੁਣਿਆ ਕਰਦੇ, ਸੁਣਦੇ ਅਸੀਂ ਹਾਂ। ਅਸੀਂ ਕੰਨਾਂ ਰਾਹੀਂ ਸੁਣਦੇ ਹਾਂ, ਅਸੀਂ ਕੰਨਾਂ ਰਾਹੀਂ ਸੁਣਦੇ। ਮੰਨ ਲਓ ਮੈਂ ਸੁਣਨਾ, ਮੈਂ ਆਪ ਹੀ ਗੈਰ ਹਾਜ਼ਰ ਹਾਂ। ਇੱਕ ਬੰਦਾ ਬੋਲੀ ਜਾ ਰਿਹਾ ਅਤੇ ਮੈਂ ਜਿਹੜਾ ਵਿੱਚੋਂ ਨਿਕਲ ਕੇ ਨਾ ਬਾਜ਼ਾਰ ਗੇੜੇ ਲਾਏ ਜੀ ਨੇ, ਕੰਨ ਦੇ ਲੱਗੇ ਨੇ, ਬੈਠੇ ਤੇ ਸੀ ਬੰਦਾ ਇੱਥੇ ਬੈਠਾ, ਉਹ ਸੁਣ ਹੀ ਨਹੀਂ ਰਿਹਾ। ਕੰਨ ਆਪਣੇ ਆਪ ਨਹੀਂ ਸੁਣਦੇ, ਅਸੀਂ ਕੰਨਾਂ ਰਾਹੀਂ ਸੁਣਦੇ ਹਾਂ। ਅੱਖਾਂ ਨਹੀਂ ਵੇਖਦੀਆਂ, ਅਸੀਂ ਅੱਖਾਂ ਰਾਹੀਂ ਵੇਖਦੇ ਹਾਂ। ਕੰਨੀ ਸੁਰਤ, ਸੁਰਤ ਦੀ ਸੋਝੀ, ਸੁਣਨ ਦੀ ਸੋਝੀ, ਕੰਨਾਂ ਨਾਲ ਬੰਦਾ ਇਹ ਸੁਣਦਾ ਹੈ, ਇਹਨੂੰ ਸੁਣਨ ਦੀ ਸੋਝੀ ਹੈ। ਪੈਰੀਂ ਚੱਲੇ, ਪੈਰਾਂ ਨਾਲ ਚੱਲਦਾ ਹੈ। ਹੱਥੀਂ ਕਰਨਾ, ਹੱਥਾਂ ਨਾਲ ਕੰਮ ਕਰਦਾ ਹੈ। ਦਿੱਤਾ ਪਹਿਨੇ ਖਾਏ, ਪਰਮਾਤਮਾ ਦਿੱਤਾ ਹੋਇਆ ਪਹਿਨ ਰਿਹਾ, ਪਰਮਾਤਮਾ ਦਿੱਤਾ ਖਾ ਰਿਹਾ। ਇੱਥੇ ਆ ਕੇ ਗੜਬੜ ਹੈ। ਗੁਰਬਾਣੀ ਦਿੱਤਾ ਪਹਿਨੇ ਖਾਏ, ਦਿੱਤਾ ਹੋਈ ਖਾ ਰਿਹਾ, ਦਿੱਤਾ ਹੋਈ ਪਹਿਨ ਰਿਹਾ। ਇਹ ਕਹਿੰਦਾ ਕਿੱਥੇ ਜੀ? ਮੈਂ 8-9 ਘੰਟੇ ਲੱਗਾ ਰਹਿਣਾ। ਅੱਜ ਕੱਲ੍ਹ ਤਾਂ 12-12 ਘੰਟੇ ਪ੍ਰਾਈਵੇਟ ਡਿਊਟੀ ਹੋ ਗਈ ਹੈ। ਸਰਕਾਰ ਨੇ ਕਾਨੂੰਨ ਹੀ ਪਾਸ ਕਰਤਾ ਕਿ ਤੁਸੀਂ ਮਜ਼ਦੂਰ ਤੋਂ 12 ਘੰਟੇ ਕੰਮ ਲੈ ਸਕਦੇ ਹੋ। ਤਨਖਾਹ ਨੂੰ 8 ਘੰਟੇ ਦਿਓ, ਕੰਮ 12 ਘੰਟੇ ਲਓ। ਹੁਣ ਹੋਰ ਹੀ ਵਿਚਾਰੇ ਦਾ ਬੁਰਾ ਹਾਲ ਹੋ ਜਾ ਕਰਨ। ਪਹਿਲਾਂ ਕਾਰਖਾਨੇ ਵਾਲੇ 8 ਘੰਟੇ ਦੀ ਸ਼ਿਫਟ ਹੁੰਦੀ ਸੀ, 3 ਬੰਦੇ ਰੱਖਦੇ ਸਨ ਮੰਨ ਲਓ 24 ਘੰਟਿਆਂ ਲਈ। ਹੁਣ ਉਹ 2 ਹੀ ਬੰਦੇ ਰੱਖਣਗੇ, 2 ਤੇ ਕੰਮ ਲੈ ਲੈਣਗੇ, 3 ਦਾ। ਉਹਨਾਂ ਨੂੰ ਫਾਇਦਾ ਹੋ ਗਿਆ, ਮਜ਼ਦੂਰ ਦਾ ਨੁਕਸਾਨ ਹੋ ਗਿਆ। ਇਹੀ ਕਾਰਨ ਹੈ ਕਿ ਜਿੱਥੇ ਪ੍ਰਾਈਵੇਟ ਸਿਸਟਮ ਹੋਵੇਗਾ ਉੱਥੇ ਅਮੀਰ ਹੋਰ ਅਮੀਰ ਹੋ ਜਾਏਗਾ, ਗਰੀਬ ਹੋਰ ਗਰੀਬ ਹੋ ਜਾਏਗਾ। ਬਾਹਰਲੇ ਦੇਸ਼ਾਂ ਸਾਰਿਆਂ ਨੂੰ ਕੰਮ ਕਰਨਾ ਪੈਂਦਾ। ਤੁਸੀਂ ਇਹ ਨਾ ਸੋਚੋ ਵੀ ਉਹ ਸਾਰੇ ਕੰਮ ਕਰਦੇ ਨੇ, ਸਾਡੇ ਤਾਂ ਵਿਹਲੜ ਨੇ। ਇਹ ਨਹੀਂ ਹੈਗਾ। ਸਾਡੇ ਦੇਸ਼ 'ਚ ਅਜੇ ਸਰਕਾਰੀ ਸਿਸਟਮ ਕਾਫੀ ਹੈਗਾ, ਇਸ ਲਈ ਇੱਕ ਕਮਾਉਂਦਾ 4 ਖਾਂਦੇ ਨੇ। ਉੱਥੇ ਸਾਰਾ ਹੀ ਪ੍ਰਾਈਵੇਟ ਹੈ, ਇਸ ਲਈ ਉੱਥੇ ਤਨਖਾਹਾਂ ਘੱਟ ਨੇ। ਤਨਖਾਹਾਂ ਘੱਟ ਹੋਣ ਕਰਕੇ ਇੱਕ ਦੀ ਕਮਾਈ ਨਾਲ ਟੱਬਰ ਨਹੀਂ ਚੱਲਦਾ। ਉੱਥੇ ਜਿੰਨੇ ਜੀਅ ਨੇ ਸਭ ਨੂੰ ਕੰਮ ਕਰਨਾ ਪੈਂਦਾ। ਬਾਹਰ ਜਾ ਰਹੇ ਬੀਬੀ, ਤੈਨੂੰ ਉੱਥੇ 8-8 ਘੰਟੇ ਕੰਮ ਕਰਤਾ ਰੋਟੀ ਖਾਣ ਨੂੰ ਮਿਲੂ। ਹੁਣ ਤਾਂ ਬੈਠੀ ਘਰ ਬੈਠੀ ਰੋਟੀ ਖਾ ਰਹੀ ਨਾ, ਦੇਖ ਲੈ ਜਾ ਕੇ। ਨਾਲੇ ਘਰ ਦਾ ਕੰਮ ਕਰਨਾ ਪਊਗਾ, ਇਹ ਤਾਂ ਕਰਨਾ ਹੀ ਪੈਣਾ ਗ੍ਰਸਤੀ ਚਲਾਉਣ ਲਈ। ਅਤੇ 8 ਘੰਟੇ ਅੱਡ ਕੰਮ ਕਰਨਾ ਤਾਂ ਤੈਨੂੰ ਖਾਣ ਨੂੰ ਰੋਟੀ ਮਿਲੇਗੀ। ਕਿਤੇ ਭੱਜੀ ਜਾਵੇਂ, ਆਹ ਪਤਾ ਨਹੀਂ ਬਾਹਰ ਕੀ ਹੈ। ਉੱਥੇ ਸਭ ਨੂੰ ਕੰਮ ਕਰਨਾ ਪੈਂਦਾ, ਕਿਉਂ? ਤਨਖਾਹਾਂ ਘੱਟ ਨੇ। ਇੱਥੇ ਵੀ ਜਿਉਂ ਜਿਉਂ ਪ੍ਰਾਈਵੇਟ ਹੋਵੇਗਾ ਇਹੀ ਹਾਲ ਹੋਵੇਗਾ। 6000 ਤੇ ਲੱਗਣਾ, 5000 ਤੇ ਲੱਗਣਾ, ਇਹ ਕਿਹਾ ਕਰਨਾ। ਬੰਦਾ MA ਪਾਸ, 3-3 ਹਜ਼ਾਰ ਤੇ ਪ੍ਰਾਈਵੇਟ ਸਕੂਲ ਟੀਚਰ ਰੱਖੇ ਹੋਏ ਨੇ। MA ਪਾਸ 3-3 ਹਜ਼ਾਰ ਤੇ ਰੱਖੇ ਹੋਏ ਹੈ। ਫਿਰ ਉਹ ਜਿਹੜਾ ਜਿੱਦੇ ਨਹੀਂ ਜਾਂਦੇ 100 ਰੁਪਏ ਦਾ ਕੱਟ ਲਈਦੇ ਨੇ। 100 ਰੁਪਏ ਵੀ ਕੱਲ੍ਹ ਤੂੰ ਆਇਆ ਨਹੀਂ ਸੀ ਪੜ੍ਹਾਉਣ, ਤੇਰਾ 100 ਕੱਟ।
ਇਹਨੂੰ ਕਹਿੰਦੇ ਐਕਸਪਲੋਇਟੇਸ਼ਨ। ਇਸ ਤਰ੍ਹਾਂ ਲੁੱਟ ਖਸੁੱਟ ਹੁੰਦੀ ਹੈਗੀ, ਔਰ ਇਸ ਲਈ ਤਿਆਰ ਰਹਿਣਾ। ਹੁਣ ਦਿਨੋਂ ਦਿਨ ਹਿੰਦੁਸਤਾਨ 'ਚ ਪ੍ਰਾਈਵੇਟ ਸਿਸਟਮ ਹੋ ਰਿਹਾ ਹੈ, ਇਸ ਲਈ ਲੁੱਟ ਖਸੁੱਟ ਹੋਣੀ ਹੀ ਹੋਣੀ ਹੈ। ਮਨ ਕਰਕੇ ਆਪ ਨੂੰ ਪਹਿਲਾਂ ਹੀ ਤਿਆਰ ਕਰ ਲਓ ਵੀ ਹੁਣ ਜਿਹੜਾ ਗਧਿਆਂ ਵਾਲਾ ਜੀਵਨ ਸ਼ੁਰੂ ਹੋਣ ਵਾਲਾ, ਘੋੜੇ ਖਤਮ ਹੋਣ। ਹੁਣ ਘੋੜਾ ਸਿਸਟਮ ਖਤਮ, ਹੁਣ ਤਾਂ ਗਧਿਆਂ ਦੀ ਤਰ੍ਹਾਂ ਤੁਹਾਨੂੰ ਕੰਮ ਕਰਨਾ ਪਿਆ ਕਰਨਾ 12-12 ਘੰਟੇ। ਹੁਣ ਤਾਂ ਸਰਕਾਰੀ ਨੌਕਰੀ ਵੀ 12-12 ਘੰਟੇ ਦੀ ਹੋ ਗਈ। ਸਵੇਰੇ 9 ਵਜੇ ਜਾਓ ਜੀ, ਪਤਾ ਹੀ ਨਹੀਂ ਸ਼ਾਮ ਨੂੰ ਕਿੰਨੇ ਵਜੇ ਆਉਣਾ, ਬੈਠੇ ਰਹੋ ਉੱਥੇ ਦਫ਼ਤਰਾਂ 'ਚ। ਖੈਰ, ਸੋ ਗੁਰੂ ਮਹਾਰਾਜ ਕਹਿੰਦੇ ਨੇ ਦਿੱਤਾ ਪਹਿਨੇ ਖਾਏ। ਇਹ ਪਰਮਾਤਮਾ ਦਿੱਤਾ ਹੋਇਆ ਪਹਿਨ ਰਿਹਾ ਅਤੇ ਪਰਮਾਤਮਾ ਦਿੱਤਾ ਖਾ ਰਿਹਾ। ਜਿਨ ਰਚ ਰਚਿਆ ਤਿਸੈ ਨ ਜਾਣੇ। ਜਿਹਨੇ ਪਰਮਾਤਮਾ ਨੇ ਇਹਦੀ ਰਚਨਾ ਕੀਤੀ ਹੁਣ ਤਾਂ ਜਾਣਦਾ ਹੀ ਨਹੀਂ ਹੈ, ਹੁਣ ਜਾਣਦਾ ਹੀ ਨਹੀਂ। ਅੰਧਾ ਅੰਧ ਕਮੇ, ਅੰਧਾ ਪਾ ਅਗਿਆਨੀ। ਇਹ ਅਗਿਆਨੀ ਹੈ, ਇਹ ਅਗਿਆਨੀਆਂ ਵਾਲੇ ਕਰਮ ਕਰਦਾ ਹੈ। ਜਾਂ ਭੱਜੈ ਤਾਂ ਠੀਕਰ ਹੋਵੇ। ਜਦ ਸਰੀਰ ਟੁੱਟ ਜਾਏਗਾ, ਭਾਵੇਂ ਮਰ ਜਾਏਗਾ, ਤਾਂ ਜਿਵੇਂ ਠੀਕਰੀ ਹੁੰਦੀਆਂ ਨੇ ਇਹ ਹੋ ਜਾਏਗਾ। ਕੋਈ ਨਹੀਂ ਪੁੱਛਦਾ ਠੀਕਰੀਆਂ ਨੂੰ। ਭਾਂਡਾ ਟੁੱਟ ਜਾਂਦਾ ਹੈ, ਉਹ ਠੀਕਰੀ ਹੋ ਜਾਂਦਾ, ਫਿਰ ਉਹਦੀ ਕੋਈ ਕੀਮਤ ਨਹੀਂ ਰਹਿੰਦੀ। ਜਾਂ ਭੱਜੈ ਤਾਂ ਠੀਕਰ ਹੋਵੇ, ਘਾੜ ਤੇ ਘੜੀ ਨਾ ਜਾਏ, ਫਿਰ ਉਹਨੂੰ ਦੁਬਾਰਾ ਨਹੀਂ ਘੜਿਆ ਜਾ ਸਕਦਾ। ਮਰ ਗਿਆ, ਖਤਮ, ਬਸ ਨਿਬੜਿਆ ਕੰਮ। ਨਾਨਕ ਗੁਰ ਬਿਨ ਨਾਹੇ ਪਤ। ਗੁਰੂ ਤੋਂ ਬਿਨਾਂ ਇੱਜ਼ਤ ਨਹੀਂ ਹੁੰਦੀ ਹੋਇਆ ਕਰਦੀ। ਪਤ ਬਿਨ ਪਾਰ ਨਾ ਪਾਏ, ਅਤੇ ਜਿੰਨਾ ਚਿਰ ਇੱਜ਼ਤ ਨਹੀਂ ਹੁੰਦੀ ਇਹਦਾ ਪਾਰ ਉਤਾਰਾ ਨਹੀਂ ਹੁੰਦਾ। ਗੁਰੂ ਬਿਨਾਂ ਦੀ ਇੱਜ਼ਤ ਨਹੀਂ, ਕਿਉਂਕਿ ਜੇ ਗੁਰੂ ਵਾਲਾ ਹੋਏਗਾ, ਗੁਰੂ ਦੀ ਗੱਲ ਮੰਨੇਗਾ ਤਾਂ ਹੀ ਸ਼ੁਭ ਕਰਮ ਕਰੇਗਾ। ਸ਼ੁਭ ਕਰਮ ਕਰੇਗਾ, ਨਾਮ ਜਪੇਗਾ, ਤਾਂ ਹੀ ਇਹਦੀ ਅੱਗੇ ਜਾ ਕੇ ਇੱਜ਼ਤ ਹੋਵੇਗੀ। ਗੁਰੂ ਵਾਲਾ ਹੈ ਨਹੀਂ, ਸ਼ੁਭ ਕਰਮ ਕਰਦਾ ਨਹੀਂ, ਨਾਮ ਜਪਦਾ ਨਹੀਂ, ਇਸ ਲਈ ਅੱਗੇ ਇੱਜ਼ਤ ਹੁੰਦੀ ਨਹੀਂ। ਇਸ ਲਈ ਗੁਰੂ ਬਿਨਾਂ ਇੱਜ਼ਤ ਨਹੀਂ ਹੁੰਦੀ, ਅਤੇ ਇੱਜ਼ਤ ਤੋਂ ਬਿਨਾਂ ਫਿਰ ਪਾਰ ਉਤਾਰਾ ਇਹਦਾ ਨਹੀਂ ਹੁੰਦਾ। ਸੋ ਇਸ ਲਈ ਸਤਿਕਾਰਯੋਗ ਸਾਧ ਸੰਗਤ, ਫਿਰ ਮੈਂ ਇੱਕ ਵਾਰੀ ਦੁਹਰਾ ਦਿਆਂ, 15 ਤਰੀਕ ਤੋਂ ਪਰਸੋਂ ਤੋਂ ਸੰਥਿਆ ਦੁਬਾਰਾ ਸ਼ੁਰੂ ਹੋ ਰਹੀ, ਸ਼ਾਮ ਨੂੰ 6 ਤੋਂ 7, ਕਿਉਂਕਿ ਕਰੋਨਾ ਕਾਰਨ ਸੰਥਿਆ ਬੰਦ ਕਰਨੀ ਪਈ ਸੀ ਮਹੀਨੇ ਕੁ ਲਈ। ਸੋ ਸਾਰੇ ਵਿਦਿਆਰਥੀਆਂ ਨੂੰ ਮੇਰੀ ਬੇਨਤੀ ਹੈ ਜਿਹੜੇ ਸੰਥਿਆ ਲੈਣ ਆਉਂਦੇ ਸਨ ਕਿ ਉਹ 15 ਤਰੀਕ ਤੋਂ ਸ਼ਾਮ ਨੂੰ 6 ਵਜੇ ਇੱਥੇ ਸੰਥਿਆ ਲੈਣ ਆ ਜਾ ਕਰਨ। ਤੁਹਾਡੇ ਜੋ ਕਿਸੇ ਬੱਚੇ ਦਾ ਪਤਾ ਤੁਹਾਨੂੰ, ਤੁਸੀਂ ਉਹਨਾਂ ਨੂੰ ਵੀ ਦੱਸ ਦੇਣਾ ਹੈ। ਦੂਸਰਾ, ਜਿਸ ਨੇ ਵੀ ਇੱਥੇ ਆ ਕੇ ਕਥਾ ਸੁਣਨੀ ਹੋਵੇ ਉਹ ਕੱਲ੍ਹ ਤੋਂ ਇੱਥੇ ਆ ਕੇ ਕਥਾ ਸੁਣ ਸਕਦਾ ਹੈ। ਕੱਲ੍ਹ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਵਸ ਹੈ, ਇਸ ਲਈ ਕੱਲ੍ਹ ਨੂੰ ਜਿਹੜਾ ਹੈ 1 ਘੰਟਾ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ, ਸ਼ਹੀਦੀ ਅਤੇ ਉਹਨਾਂ ਦੇ ਸਿੱਖਿਆਵਾਂ ਬਾਰੇ ਵਿਚਾਰ ਕਰਾਂਗੇ ਅਤੇ ਇਸ ਵੇਲੇ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।